ਮੈਨੂੰ ਤਾਂ ਇੱਕ ਹੋਰ ਵੀ ਦੁੱਖ ਹੈ, ਚਲੋ ਹਾਰ ਜਾਣਾ ਛੋਟੀ ਗੱਲ ਹੈ ਜੀ। ਬਾਦਲ ਸਾਹਿਬ ਨੇ ਆਪਣੀ ਮਰਜ਼ੀ ਮੁਤਾਬਕ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਪ੍ਰਾਪਤ ਕੀਤਾ ਸੀ, ਆਪੇ ਲਿਆ ਸੀ ਉਹਨਾਂ ਨੇ, ਉਹਨਾਂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ ਉੱਥੇ। ਇਹ ਜਿਹੜੇ ਅਕਾਲੀ ਕਹਾਉਣ ਵਾਲੇ, ਜਿਹੜੇ ਕਦੀ ਪੰਥ ਦੇ ਨਾਂ ਤੇ ਅਕਾਲੀ ਦਲ ਦੇ ਗਧੇ ਨੂੰ ਵੀ ਵੋਟ ਪਾ ਦਿੰਦੇ ਸੀ, ਬਾਬਾ ਖੜਕ ਸਿੰਘ ਵਰਗਿਆਂ ਦੀ ਵਿਰਾਸਤ ਜਦੋਂ ਸੁਖਬੀਰ ਬਾਦਲ ਦੇ ਹੱਥ ਆ ਜਾਏ ਫਿਰ ਇਹ ਇਦਾਂ ਦੇ ਹਾਲਾਤ ਬਣਦੇ ਹੁੰਦੇ। ਉਹਨਾਂ 'ਚ ਇੰਨੀ ਹਿੰਮਤ ਨਹੀਂ ਉਹਨੂੰ ਕਹਿ ਕੇ ਪਾਸੇ ਕਰਨ ਵੀ ਤੂੰ ਬੇੜਾ ਗਰਕ ਕਰ ਦਿੱਤਾ, ਹੁਣ ਸਾਰਾ ਚੱਲ ਲਾਂਭੇ ਹਟ। ਉਹ ਹਰ ਇੰਸਟੀਟਿਊਸ਼ਨ ਦੇ ਉੱਤੇ ਇਹ ਚਾਹੁੰਦੇ ਆ ਵੀ ਸਾਡੀ ਗੱਲ ਕਰਨ ਵਾਲਾ ਬੰਦਾ ਬੈਠੇ ਜਿਹੜਾ ਸਾਨੂੰ ਕਿਸੇ ਪਾਸੋਂ ਖਤਰਾ ਨਾ ਹੋ। ਉਹਨਾਂ ਦੇ ਖੁਦ ਡੇਰਿਆਂ ਦੀ ਆ ਕੇ ਇੱਕ ਦੂਜੇ ਨਾਲ ਮਰਜ਼ਾਦਾ ਨਹੀਂ ਰਲਦੀ, ਕਿਸੇ ਡੇਰੇ ਦੀ ਮਰਿਆਦਾ ਇੱਕ ਦੂਜੇ ਨਾਲ ਨਹੀਂ ਮਿਲਦੀ। ਜੇ ਤਾਂ ਹੋਵੇ ਨਾ ਵੀ ਉਹ ਉਸ ਮਰਜ਼ਾਦਾ ਦਾ ਵਿਰੋਧ ਕਰਦੇ ਆ, ਉਹ ਮਰਜ਼ਾਦਾ ਦਾ ਵਿਰੋਧ ਨਹੀਂ ਕਰਦੇ, ਉਹਨਾਂ ਦੀ ਤਾਂ ਆਪਸ ਵਿੱਚ ਹੀ ਨਹੀਂ ਮਿਲਦੀ। ਉਹ ਸਿਰਫ ਇਹ ਕਿਸ ਕਰਨ ਹੈ ਵੀ ਉਹ ਹਰ ਇੱਕ ਚੀਜ਼ ਕੋਈ ਨਾ ਕੋਈ ਆਪਣੇ ਫੋਲੋਅਰਸ ਨੂੰ ਮਗਰ ਲਾਉਣ ਦੇ ਲਈ ਨਿਵੇਕਲੀ ਕਰਨੀ ਚਾਹੁੰਦੇ ਆ, ਜਿਹਦੇ ਰਾਹੀਂ ਉਹ ਇਹ ਦੱਸਦੇ ਆ ਵੀ ਜੋ ਮੈਂ ਕਰ ਰਿਹਾ ਉਹ ਹੋਰ ਨਹੀਂ ਕੋਈ ਕਰ ਸਕਦਾ। ਜਿਨ੍ਹਾਂ ਲੋਕਾਂ ਦਾ ਇਹਨਾਂ ਸੰਸਥਾਵਾਂ ਦੇ ਉੱਤੇ ਕਬਜ਼ਾ ਸੀ ਉਹਨਾਂ ਨੂੰ ਹਰ ਹੀਲੇ ਪਾਸੇ ਕਰਨਾ ਚਾਹੁੰਦੇ ਸੀ ਜੀ, ਤੇ ਉਹਨਾਂ ਨੇ ਆਪਣਾ ਉਹ ਕਰ ਵੀ ਲਿਆ, ਕਰਕੇ ਆਪਣਾ ਬਦਲਾ ਵੀ ਲੈ ਲਿਆ। ਸਤਿ ਸ੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਮੇਰੇ ਨਾਲ ਭਾਈ ਸੁਖਦੇਵ ਸਿੰਘ ਭੌਰ ਜੀ ਬੈਠੇ ਨੇ। ਪੰਥ ਦੇ ਵਿੱਚ ਬੜਾ ਨਾਮ ਸਤਿਕਾਰ ਹੈ ਇਹਨਾਂ ਦਾ, ਔਰ ਜਿਹੜੀ ਪੰਥਕ ਅਸੈਂਬਲੀ ਦੇ ਵਿੱਚ ਇੱਕ ਪਹਿਲ ਕੀਤੀ ਗਈ ਸੀ ਸਿੱਖਾਂ ਨੂੰ ਇਕੱਠੇ ਕਰਨ ਦੀ, ਉਹਦੇ ਵਿੱਚ ਭਾਈ ਸੁਖਦੇਵ ਸਿੰਘ ਭੌਰ ਦੀ ਬੜੀ ਵੱਡੀ ਭੂਮਿਕਾ। ਤੇ ਗੱਲ ਅਸੀਂ ਕਰਾਂਗੇ ਪੰਥ ਦੇ ਵਿੱਚ ਜਿਹੜੀ ਨਿਰਾਸ਼ਾ ਚੱਲ ਰਹੀ ਆ ਉਹ ਕਿਉਂ ਚੱਲ ਰਹੀ ਆ, ਉਹਦੇ ਕਾਰਨ ਕੀ ਨੇ। ਤੇ ਸਿੱਖਾਂ ਨੂੰ ਇੱਕ ਗੱਲ ਹੋਰ ਵੀ ਸਮਝਣੀ ਚਾਹੀਦੀ ਹੈ ਕਿ ਜਿਸ ਕੌਮ ਦੀ ਜਾਂ ਸਿੱਖਾਂ ਦੀ ਆਪਾਂ ਗੱਲ ਕਰ ਰਹੇ, ਵਿਚਾਰ ਚਰਚਾ ਸਿੱਖਾਂ ਦੀ ਜਿਹੜੀ ਢਹਿੰਦੀ ਕਲਾ ਦੇ ਉੱਪਰ ਗੱਲ ਕਰ ਰਹੇ ਹਾਂ, ਉਹਨਾਂ ਸਿੱਖਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਮਹਾਰਾਜ ਨੇ ਖੁਦ ਲਿਖਿਆ ਹੋਇਆ ਕਿ ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲੱਗਾ ਪਾਏ ਜੀਓ। ਵੀ ਉਹ ਗੁਰੂ ਸਾਹਿਬ ਵੀ ਸਿੱਖਾਂ ਨੂੰ ਇਸ ਐਕਸਟ੍ਰੀਮ ਲੈਵਲ ਤੇ ਜਾ ਕੇ ਸਤਿਕਾਰ ਦਿੰਦੇ ਸੀ ਕਿ ਸਿੱਖਾਂ ਦੇ ਗੁਰੂ ਸਾਹਿਬ ਕਹਿੰਦੇ ਸੀ ਇੰਨੇ ਵਧੀਆ ਸਿੱਖ ਨੇ, ਇੰਨੇ ਸੋਹਣੇ ਮਨੁੱਖ ਨੇ ਜਿਹੜੇ ਸਿੱਖ ਨੇ, ਮੈਂ ਇਹਨਾਂ ਦੇ ਪੈਰੀਂ ਹੱਥ ਲਾਵਾਂ। ਗੁਰੂ ਸਾਹਿਬ ਦੀ ਇੱਕ ਸ਼ਰਧਾ ਸੀ ਆਪਣੇ ਸਿੱਖਾਂ ਨੂੰ ਸਤਿਕਾਰ ਦੇਣ ਦੀ। ਅੱਜ ਉਹ ਕੌਮ, ਉਹ ਸਿੱਖ ਰੁਲਦੇ ਕਿਉਂ ਫਿਰਦੇ ਨੇ, ਇਹ ਸੋਚਣ ਵਾਲੀ ਗੱਲ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੀ, ਬਾਦਲ ਪਰਿਵਾਰ ਦੀ, ਮਾਫ ਕਰਨਾ, ਬਾਦਲ ਪਰਿਵਾਰ ਦੀ ਹਾਰ ਪਿੱਛੇ ਸਿੱਖਾਂ ਦੇ ਖਤਮ ਹੋਣ ਦੀਆਂ ਗੱਲਾਂ ਕਰਤੀਆਂ ਵੀ ਜੇ ਅਕਾਲੀ ਦਲ ਖਤਮ ਹੋ ਗਿਆ ਤਾਂ ਸਿੱਖਾਂ ਦਾ ਕੀ ਬਣੇਗਾ, ਬਹੁਤ ਕੁਝ ਗੱਲਾਂ ਕੀਤੀਆਂ। ਔਰ ਉਹਦੇ ਹਾਰ ਦੇ ਕਾਰਨ ਵੀ ਜਥੇਦਾਰ ਜੀ ਨੇ ਕਦੇ ਨਹੀਂ ਦੇਖੇ। ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਬਣੀ ਹੋਈ ਆ, ਤੇ ਲੇਕਿਨ ਉਸ ਰਹਿਤ ਮਰਿਆਦਾ ਨੂੰ ਮੰਨਦਾ ਕੌਣ ਆ? ਇੱਥੇ ਕੁਛ ਧਿਰਾਂ ਮੰਨਦੀਆਂ ਨੇ, ਬਹੁਤ ਸਾਰੀਆਂ ਧਿਰਾਂ ਜਿਹੜੀਆਂ ਨੇ ਟਕਸਾਲਾਂ ਹੋ ਗਈਆਂ, ਡੇਰੇਦਾਰ ਹੋ ਗਏ, ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ। ਕਿੰਨੇ ਸਾਲ ਹੋ ਗਏ ਨੇ ਉਹ ਰਹਿਤ ਮਰਿਆਦਾ ਜਿਹੜੀ ਪੰਥ ਨੇ ਪ੍ਰਵਾਨ ਕੀਤੀ ਸੀ। ਸੋ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਵਾਲੀਆਂ ਨੇ। ਗਿਆਨੀ ਜੀ ਸਾਹਮਣੇ ਚੁਣੌਤੀਆਂ ਸੀ ਪਰ ਗਿਆਨੀ ਜੀ ਨੇ ਚੁੱਪ ਕਰ ਲਿਆ, ਚੁੱਪ ਧਾਰ ਲਈ। ਸੋ ਇਹ ਸਵਾਲਾਂ ਦੇ ਜਵਾਬ ਆਪਾਂ ਲਵਾਂਗੇ ਭਾਈ ਸੁਖਦੇਵ ਸਿੰਘ ਭੌਰ ਜੀ ਕੋਲ। ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਤੁਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ, ਤੁਹਾਨੂੰ ਅਸੀਂ ਕਾਫੀ ਚਿਰ ਤੋਂ ਫੋਲੋ ਵੀ ਕਰਦੇ ਆ ਰਹੇ ਹਾਂ, ਦੇਖਦੇ ਹਾਂ ਵੀ ਤੁਹਾਡੀਆਂ ਕੋਸ਼ਿਸ਼ਾਂ ਜਿਹੜੀ ਪੰਥ ਨੂੰ, ਲੋਕਾਂ ਨੂੰ ਇਕੱਠੇ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਨੇ ਉਹ ਕਾਮਯਾਬ ਨਹੀਂ ਹੋ ਪਾਈਆਂ। ਉਹਦੇ ਕਾਰਨ ਕੀ ਹੋ ਸਕਦੇ ਆ? ਇੱਕ ਆਪਾਂ ਸਰਸਰੀ ਜੀ ਗੱਲ ਕਰਦੇ ਨੈਚੁਰਲੀ ਕਿ ਆਪਾਂ ਜਿਵੇਂ ਕਬੂਤਰ ਦੇਖ ਲਓ, ਚਿੜੀਆਂ, ਕਾਂ, ਹੈ ਨਾ, ਇੱਕੋ ਨਸਲ ਦੇ ਕਬੂਤਰ, ਪੰਛੀ, ਪਸ਼ੂ ਜਿਹੜੇ ਨੇ ਉਹ ਇੱਕ ਝੁੰਡ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਲੇਕਿਨ ਇੱਥੇ ਜਦੋਂ ਸਿੱਖ ਨੇ, ਸਿੱਖਾਂ ਦੇ ਵਿੱਚ ਕਿੰਨੇ ਵਖਰੇਵੇਂ ਹੋ ਗਏ ਵੀ ਅਸੀਂ ਪਸ਼ੂ ਪੰਛੀਆਂ ਤੋਂ ਵੀ ਕੁਝ ਨਹੀਂ ਸਿੱਖ ਰਹੇ। ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ, ਕਿਸੇ ਵੀ ਕੌਮ ਨੂੰ ਇਕੱਠਾ ਰੱਖਣ ਦੇ ਲਈ ਜੀ ਉਹਨਾਂ ਦਾ ਕੌਮੀ ਧੁਰਾ ਹੁੰਦਾ ਕੋਈ ਨਾ ਜੀ। ਜਿਵੇਂ ਈਸਾਈਆਂ ਦਾ ਵੈਟੀਕਨ ਹੈ ਜੀ, ਤੇ ਯਹੂਦੀਆਂ ਦਾ ਯਰੂਸ਼ਲਮ ਹੈ, ਇਸਲਾਮ ਵਾਲਿਆਂ ਦਾ ਮੱਕਾ ਆ ਜੀ। ਇਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਕੇਂਦਰੀ ਧੁਰਾ ਨਾ, ਕੇਂਦਰੀ ਸੰਸਥਾ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ। ਸਾਡਾ ਉਹਨਾਂ ਨਾਲੋਂ ਫਰਕ ਇਹ ਹੈ ਵੀ ਸਾਡੇ ਗੁਰੂ ਸਾਹਿਬ ਨੇ ਹਕੂਮਤਾਂ ਨਾਲ ਟੱਕਰ ਲੈਣ ਦੇ ਲਈ, ਹਕੂਮਤਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਆਪ ਕੀਤੀ ਜੀ। ਔਰ ਉੱਥੇ ਬੈਠ ਕੇ ਜਿਵੇਂ ਹੁਕਮਰਾਨ ਬੇਇਨਸਾਫੀਆਂ ਕਰਦੇ ਸੀ, ਉਹਨਾਂ ਬੇਇਨਸਾਫੀਆਂ ਦੇ ਖਿਲਾਫ ਜੰਗਾਂ ਵੀ ਲੜੀਆਂ ਜੀ। ਬਹੁਤ ਵੱਡੇ ਯੋਗਦਾਨ ਆਪਣੇ ਪਰਿਵਾਰਾਂ ਦੇ ਵੀ ਪਾਏ, ਬਾਕੀ ਉਹਨਾਂ ਦੇ ਪਿਆਰੇ ਸਿੱਖਾਂ ਨੇ ਬਹੁਤ ਵੱਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਦਾ ਜ਼ਿਕਰ ਅਸੀਂ ਰੋਜ਼ਾਨਾ ਅਰਦਾਸ ਵਿੱਚ ਕਰਦੇ ਜੀ। ਇਹ ਦੋਨੋਂ ਪੱਖਾਂ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ ਜੀ ਜੀ। ਜਿੰਨੀ ਦੇਰ ਪੰਥ ਦੇ ਉੱਤੇ ਸੰਗਤੀ ਪ੍ਰਬੰਧ ਭਾਰੂ ਰਿਹਾ ਜੀ, ਉਨੀ ਦੇਰ ਤੱਕ ਅਕਾਲ ਤਖਤ ਸਾਹਿਬ ਦੀ ਸ਼ਕਤੀ ਵੀ ਬਰਕਰਾਰ ਰਹੀ। ਤੇ ਜਿੰਨੀ ਦੇਰ ਪੰਥ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਲੋਕਾਂ ਨੇ ਜੀ
ਪੰਥ ਨੂੰ ਉੱਪਰ ਰੱਖ ਕੇ ਰਾਜਨੀਤੀ ਕੀਤੀ। ਉਹਨਾਂ ਦੀ ਆਵਾਜ਼ ਸੁਣ ਕੇ ਵੀ ਹਿੰਦੁਸਤਾਨ ਦੀਆਂ ਸਰਕਾਰਾਂ ਕੰਬਦੀਆਂ ਰਹੀਆਂ ਜੀ। ਬਦਕਿਸਮਤੀ ਇਹ ਹੈ ਵੀ ਪਿਛਲੇ ਸਮੇਂ ਦੇ ਦੌਰਾਨ ਜਿਹੜੇ 25-30 ਸਾਲ ਦਾ ਸਮਾਂ ਜਾਂ ਜਿਹਨੂੰ ਆਪਾਂ ਬਾਦਲ ਰਿਜ਼ਾਈਮ ਕਹਿ ਸਕਦੇ ਹਾਂ ਜੀ, ਉਸ ਵੇਲੇ ਤੋਂ ਇੱਕ ਐਸਾ ਵਾਤਾਵਰਨ ਬਣਨਾ ਸ਼ੁਰੂ ਹੋ ਗਿਆ ਵੀ ਹਰ ਸੰਸਥਾ ਦੇ ਉੱਤੇ ਮੈਂ ਭਾਰੂ ਹੋਵਾਂ ਔਰ ਮਾਇਆ ਦੇ ਜ਼ੋਰ ਦੇ ਨਾਲ ਕੁਝ ਐਸੇ ਬੰਦੇ ਪ੍ਰਮੋਟ ਕਰ ਦਿੱਤੇ ਗਏ ਜਿਨ੍ਹਾਂ ਦਾ ਨਾ ਸਿੱਖੀ ਨਾਲ ਵਾਹ ਵਾਸਤਾ ਸੀ, ਨਾ ਜਿਨ੍ਹਾਂ ਨੂੰ ਪੰਥ ਦਾ ਦਰਦ ਸੀ ਜੀ। ਸਿਰਫ ਵਿਨੇਬਿਲਟੀ ਔਰ ਕੁਰਸੀ ਕਿਵੇਂ ਪ੍ਰਾਪਤ ਹੁੰਦੀ ਹੈ ਇਸ ਨੂੰ ਆਧਾਰ ਮੰਨ ਕੇ ਕੁਝ ਐਸੇ ਲੋਕਾਂ ਦੀ ਪੰਥ ਵਿੱਚ ਘੁਸਪੈਠ ਕਰਾ ਦਿੱਤੀ ਗਈ ਜੀ, ਜਿਹਦੇ ਨਤੀਜੇ ਹੌਲੀ ਹੌਲੀ ਆਉਣੇ ਸੀ ਉਹ ਹੌਲੀ ਹੌਲੀ ਆਉਂਦੇ ਨਤੀਜੇ ਇਸ ਹੱਦ ਤੱਕ ਆ ਗਏ ਬਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੀ ਕਦੀ ਮੂੰਹ ਖੋਲ੍ਹਦਾ ਸੀ ਤਾਂ ਸਾਰੀ ਦੁਨੀਆ ਕੰਬਣ ਲੱਗ ਪੈਂਦੀ ਸੀ। ਦੇਖੋ ਕੀ ਕਹਿਤਾ ਜਥੇਦਾਰ ਨੇ। ਹੁਕਮਨਾਮੇ ਇੱਦਾਂ ਦੇ ਵੀ ਆਏ ਜਿੱਥੇ ਦੇਸ਼ ਦੇ ਰਾਸ਼ਟਰਪਤੀ ਨੇ ਵੀ ਤਨਖਾਹ ਲਵਾਈ, ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਤਨਖਾਹ ਲਵਾਈ, ਪੰਜਾਬ ਸੂਬੇ ਦਾ ਮੁੱਖ ਮੰਤਰੀ ਥੰਮਲੇ ਨਾਲ ਵੱਜ ਗਿਆ। ਪਿਛਲੇ ਇਤਿਹਾਸ ਨੂੰ ਜੇ ਛੱਡ ਵੀ ਦਈਏ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਲੇ ਨੂੰ, ਇਹ ਅਜੇ ਕੱਲ੍ਹ ਦੀਆਂ ਗੱਲਾਂ ਨੇ। ਜੀ 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 ਜੀ। ਪਰੰਤੂ ਜਦੋਂ ਐਸੇ ਲੋਕ ਭਾਰੂ ਹੋ ਗਏ ਜਿਨ੍ਹਾਂ ਨੇ ਬਾਰ-ਬਾਰ ਤਖ਼ਤ ਸਾਹਿਬਾਨਾਂ ਦੀ ਦੁਰਵਰਤੋਂ ਕੀਤੀ, ਪੰਥਕ ਸਿਧਾਂਤ ਦੀ ਦੁਰਵਰਤੋਂ ਕੀਤੀ, ਉਹਨਾਂ ਨੇ ਆਪ ਤਾਂ ਡੁੱਬਣਾ ਹੀ ਸੀ, ਨਾਲ ਸੰਸਥਾਵਾਂ ਵੀ ਮਾਰ ਲਈਆਂ ਜੀ। ਔਰ ਹਾਲਾਤ ਐਸੇ ਹੋ ਗਏ ਵੀ ਜਿਹੜੇ ਪੰਥਕ ਲੋਕ ਸੀ ਉਹ ਹੌਲੀ ਹੌਲੀ ਉਸ ਜਮਾਤ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਜੀ। ਜਿਹੜੇ ਬਚ ਗਏ, ਜਿਨ੍ਹਾਂ ਦੀ ਪੇਸ਼ ਨਹੀਂ ਗਈ, ਉਹ ਕੁਛ ਕੁਰਸੀਆਂ ਦੇ ਲਾਲਚ, ਕੁਛ ਕਿਵੇਂ ਉਹ ਨਾਲ ਤੁਰੇ ਫਿਰਦੇ ਰਹੇ ਜੀ। ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਦੀ ਸਿਰਜਣਾ ਕੀਤੀ ਸੀ ਨਾ ਪੰਥ ਦੀ ਰਾਖੀ ਦੇ ਲਈ ਰਾਜਨੀਤਿਕ ਜਮਾਤ ਵਜੋਂ ਜੀ, ਉਹ ਲੋਕ ਹੌਲੀ ਹੌਲੀ ਕਿਨਾਰਾ ਕਰ ਗਏ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਸਿਰਫ ਪਰਿਵਾਰਵਾਦ ਹੈ, ਵੱਡਾ ਪਰਿਵਾਰ ਵੱਡਾ ਹਿੱਸਾ ਲਈ ਜਾਂਦਾ, ਛੋਟਾ ਛੋਟਾ ਲਈ ਜਾਂਦਾ, ਪੰਥ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਤੇ ਉਹ ਨਿਰਾਸ਼ਾ 'ਚ ਚਲੇ ਗਏ। ਤੇ ਇੱਧਰ ਜਿਹੜਾ ਪੰਥ ਵਾਲਾ ਪਾਸਾ ਸੀ, ਜਦੋਂ ਉਹਨਾਂ ਨੇ ਇੱਥੇ ਤੱਕ ਨੌਬਤ ਆ ਗਈ ਵੀ ਕੋਈ ਬੰਦਾ ਅੰਮ੍ਰਿਤ ਦਾ ਅਪਮਾਨ ਕਰੀ ਜਾਂਦਾ, ਉਹਦੇ ਖਿਲਾਫ ਅਕਾਲ ਤਖਤ ਸਾਹਿਬ ਐਕਸ਼ਨ ਲੈਂਦਾ ਤੇ ਉਹਨੂੰ ਆਪਣੀਆਂ ਕੋਠੀਆਂ 'ਚ ਸੱਦ ਕੇ ਮੁੱਖ ਮੰਤਰੀ ਮਾਫੀਆਂ ਦਵਾਉਣ ਲੱਗ ਪੈਣ ਤੇ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਛੱਡੀ ਜਾਣ, ਜਿਹਨੂੰ ਮਰਜ਼ੀ ਫੜੀ ਜਾਣ। ਜਦੋਂ ਐਸੇ ਹਾਲਾਤ ਬਣ ਗਏ ਜੀ ਤੇ ਇਹ ਜਿਹੜੀਆਂ ਹੁਣ ਜਿਵੇਂ ਅਜੋਕੀਆਂ ਚੋਣਾਂ ਹੋ ਕੇ ਹਟੀਆਂ, ਉਹਦੇ ਨਤੀਜੇ ਇਸ ਗੱਲ ਨੂੰ ਦਰਸਾਉਂਦੇ ਆ ਜੀ ਬਈ ਪੰਜਾਬ ਦੇ ਖਾਸ ਕਰਕੇ ਸਿੱਖ ਲੋਕ, ਜਿਹੜੇ ਸਿੱਖ ਜਮਾਤ ਸੀ, ਸਾਡੀ ਆਪਣੀ ਕੌਮ ਸੀ ਜੀ, ਉਹ ਧਾਰਮਿਕ ਤੌਰ ਤੇ ਵੀ ਨਿਰਾਸ਼ ਸੀ, ਰਾਜਨੀਤਿਕ ਤੌਰ ਤੇ ਵੀ ਨਿਰਾਸ਼ ਸੀ। ਜਿਨ੍ਹਾਂ ਲੋਕਾਂ ਦਾ ਇਹਨਾਂ ਸੰਸਥਾਵਾਂ ਦੇ ਉੱਤੇ ਕਬਜ਼ਾ ਸੀ, ਉਹਨਾਂ ਨੂੰ ਹਰ ਹੀਲੇ ਪਾਸੇ ਕਰਨਾ ਚਾਹੁੰਦੇ ਸੀ ਜੀ, ਤੇ ਉਹਨਾਂ ਨੇ ਆਪਣਾ ਉਹ ਕਰ ਵੀ ਲਿਆ, ਕਰਕੇ ਆਪਣਾ ਬਦਲਾ ਵੀ ਲੈ ਲਿਆ। ਇੱਕ ਨਾ ਗੱਲ, ਹਾਂਜੀ ਹਾਂਜੀ, ਤੁਸੀਂ ਆਪਣੀ ਗੱਲ। ਹੁਣ ਸਮੱਸਿਆ ਕੀ ਬਣ ਗਈ ਅੱਗੇ? ਹੁਣ ਅਗਲਾ ਫੇਜ਼ ਜਿਹੜਾ ਨਾ ਉਹ ਬੜਾ ਇੰਪੋਰਟੈਂਟ ਹੈ। ਜਿਹੜੇ ਲੋਕਾਂ ਨੇ ਇਹਨਾਂ ਸੰਸਥਾਵਾਂ ਦਾ ਪੰਜਾਬ ਤੇ ਪੰਥ ਦਾ ਅਪਮਾਨ ਕੀਤਾ ਸੀ, ਉਹ ਤਾਂ ਲਾਂਭੇ ਹੋ ਗਏ। ਪਰ ਸਮੱਸਿਆ ਇਹ ਬਣ ਗਈ ਵੀ ਹੁਣ ਸਿੱਖਾਂ ਦਾ ਪੋਲੀਟੀਕਲ ਪਲੇਟਫਾਰਮ ਵੀ ਕਮਜ਼ੋਰ ਹੋ ਗਿਆ ਤੇ ਸਿੱਖਾਂ ਦਾ ਜਿਹੜਾ ਧਾਰਮਿਕ ਪਲੇਟਫਾਰਮ ਵੀ ਕਮਜ਼ੋਰ ਹੋ ਗਿਆ ਜੀ। ਆਮ ਤੌਰ ਤੇ ਅੱਗੇ ਇੱਦਾਂ ਹੁੰਦਾ ਸੀ ਵੀ ਜੇ ਸਿੱਖਾਂ ਦੀ ਆਵਾਜ਼ ਰਾਜਨੀਤਿਕ ਲੋਕ ਉਠਾਉਣ ਵਾਲਿਆਂ ਦੇ ਵਿੱਚ ਅਕਾਲੀ ਦਲ ਮੋਹਰੀ ਸੀ ਜੀ, ਤੇ ਅਕਾਲੀ ਦਲ ਇੱਕ ਟੱਬਰ ਨੇ ਕਬਜ਼ਾ ਕਰ ਲਿਆ। ਉਹ ਟੱਬਰ ਹਾਰਨ ਦੇ ਨਾਲ ਜਿਹੜੀ ਅਕਾਲੀ ਸੋਚ ਵਾਲੇ ਲੋਕ ਸੀ, ਜਿਨ੍ਹਾਂ ਨੂੰ ਉਹਨਾਂ ਦੀਆਂ ਨੀਤੀਆਂ ਵੀ ਨਹੀਂ ਚੰਗੀਆਂ ਲੱਗਦੀਆਂ ਸੀ, ਉਹ ਸਿਰਫ ਇਸ ਕਰਕੇ ਉਹਨਾਂ ਨੂੰ ਵੋਟ ਪਾਉਂਦੇ, ਸਪੋਰਟ ਕਰਦੇ ਵੀ ਇਹ ਸਾਡੇ ਪਿਤਾ ਪੁਰਖੀਆਂ ਨੇ ਇਹ ਰਾਜਨੀਤਿਕ ਜਮਾਤ ਪੰਥ ਦੀ ਰਾਖੀ ਲਈ ਸਿਰਜੀ ਹੈ ਤੇ ਇਹਨਾਂ ਨੂੰ ਆਪਾਂ ਜਿਉਂਦੇ ਰੱਖਣਾ ਜੀ ਜੀ ਜੀ। ਉਹ ਵੀ ਨਿਰਾਸ਼ ਹੋ ਗਏ ਤੇ ਉਹ ਰਾਜਨੀਤਿਕ ਆਵਾਜ਼ ਵੀ ਬੰਦ ਹੋ ਗਈ ਤੇ ਧਾਰਮਿਕ ਆਵਾਜ਼ ਜਿਹੋ ਜਿਹੇ ਜਥੇਦਾਰ ਦੇ ਬਿਆਨ ਹੁਣ ਆ ਰਹੇ ਆ, ਉਹਨਾਂ ਤੋਂ ਵੀ ਪੰਥ ਨੂੰ ਕੋਈ ਆਸ ਨਹੀਂ ਰਹੀ ਜੀ। ਇਹ ਬੜਾ ਵੱਡਾ ਸੰਕਟ ਹੈ। ਇੱਕ ਨਾ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ, ਕੋਈ ਵੀ ਪੰਥਕ ਮੁੱਦੇ ਦੀ ਗੱਲ ਕਰੇ ਜਾਂ ਪੋਲੀਟੀਕਲੀ ਗੱਲ ਕਰਦਾ ਹੈ, ਉਹ ਅਕਸਰ ਆਪਾਂ ਦੇਖਦੇ ਹਾਂ ਵੀ ਉਹ ਲੋਕਾਂ ਨੂੰ ਦੋਸ਼ ਦਿੰਦੇ ਆ ਵੀ ਲੋਕ ਜਿਹੜੇ ਸਿੱਖਾਂ ਦੇ ਵਿੱਚ ਗਿਰਾਵਟ ਆ ਗਈ, ਸਿੱਖ ਗੁਰੂ ਵਾਲੇ ਨਹੀਂ ਰਹਿ ਗਏ, ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਆ। ਲੇਕਿਨ ਜਦੋਂ ਆਪਾਂ ਜ਼ਿੰਮੇਵਾਰ ਲੋਕਾਂ ਦੇ ਕਰੈਕਟਰ ਨੂੰ ਦੇਖਦੇ ਹਾਂ, ਕਿਰਦਾਰ ਨੂੰ ਦੇਖਦੇ ਹਾਂ, ਸ਼ੱਕ ਉਹਨਾਂ ਦੇ ਕਰੈਕਟਰ ਵੀ ਸ਼ੱਕ ਦੇ ਘੇਰੇ ਵਿੱਚ ਹੈਗੇ ਨੇ। ਹੁਣ ਇਹ ਦੋ ਧਿਰਾਂ ਹੋ ਗਈਆਂ, ਇੱਕ ਤਾਂ ਆਮ ਲੋਕ ਹੋ ਗਏ, ਇੱਕ ਜਿਹੜੇ ਜ਼ਿੰਮੇਵਾਰ ਲੋਕ ਨੇ, ਚਾਹੇ ਕੋਈ ਵੀ ਹੋਵੇ, ਚਾਹੇ ਧਾਰਮਿਕ ਲੋਕ ਹੋਣ, ਚਾਹੇ ਸਿੱਖਾਂ ਦੇ ਪੋਲੀਟੀਕਲ ਬੰਦੇ ਹੋਣ। ਹੁਣ ਇੱਥੇ ਮੇਜਰ ਜਿਹੜੀ ਗਲਤੀ ਆ, ਵੱਡਾ ਦੋਸ਼ੀ ਕੌਣ, ਕਿਹਨੂੰ ਤੁਸੀਂ ਮੰਨਦੇ ਹੋ? ਨਹੀਂ ਦੇਖੋ, ਜਦੋਂ ਇੰਸਟੀਟਿਊਸ਼ਨ ਕਮਜ਼ੋਰ ਹੁੰਦੇ ਨਾ, ਜਦੋਂ ਇੰਸਟੀਟਿਊਸ਼ਨ ਦੇ ਹੈਡਸ ਕਮਜ਼ੋਰ ਹੁੰਦੇ ਆ ਜੀ, ਉਹਨਾਂ ਦਾ ਅਸਰ ਕੌਮਾਂ ਦੇ ਉੱਤੇ ਪੈਂਦਾ ਜੀ। ਕੌਮਾਂ ਦੀ ਸੋਚਣੀ 'ਚ ਫਰਕ ਪੈ ਜਾਂਦਾ। ਕਿੱਥੇ ਤਾਂ ਦੇਖੋ, ਹੁਣ ਮੈਂ ਕੱਲ੍ਹ ਪਰਸੋਂ ਵੀ ਜਥੇਦਾਰ ਸਾਹਿਬ ਦੀ ਸਟੇਟਮੈਂਟ ਪੜ੍ਹਦਾ ਸੀ, ਮੈਂ ਕਮੈਂਟ ਵੀ ਕੀਤਾ ਉਹਦੇ 'ਤੇ ਜੀ। ਉਹ ਇੱਕ ਪਰਿਵਾਰ ਦੇ ਹਾਰ ਨੂੰ ਪੰਥ ਦੀ ਹਾਰ ਕਹੀ ਜਾਂਦੇ। ਇਹ ਸੋਚਣੀ ਆ ਨਾ
ਤੇ ਜੇ ਜਥੇਦਾਰ ਪੰਥ ਦਾ ਜਥੇਦਾਰ ਹੋਵੇ ਜੀ। ਤੇ ਉਹ ਕਹੇ ਇੱਕ ਪਰਿਵਾਰ ਦਾ ਕੀ ਹੈ ਇੱਥੇ, ਤਾਂ ਜਦੋਂ ਸਿਰ ਲਾਂਦੇ ਸੀ ਲੱਥਦੇ ਸੀ ਚਰਖੜੀਆਂ ਤੇ ਚੜ੍ਹਦੇ ਸੀ ਉਸ ਵੇਲੇ ਪੰਥ ਖਤਰੇ 'ਚ ਨਹੀਂ ਆਇਆ ਜੀ। ਤੇ ਇੱਕ ਟੱਬਰ ਦੇ ਹਾਰਨ ਨਾਲ ਕਿਵੇਂ ਆ ਗਿਆ। ਤੇ ਜੇ ਜਥੇਦਾਰ ਸਾਹਿਬ ਇਮਾਨਦਾਰੀ ਨਾਲ ਫੈਸਲਾ ਲੈਂਦੇ ਤੇ ਉਹ ਕਹਿੰਦੇ ਵੀ ਇਹ ਜਿਹੜੀ ਹਾਲਾਤ ਹੋਈ ਹੈ ਇਹਦਾ ਜ਼ਿੰਮੇਵਾਰ ਕੌਣ ਹੈ, ਜੀ। ਜਿਹੜਾ ਪਰਿਵਾਰ ਜ਼ਿੰਮੇਵਾਰ ਹੈ ਉਹਨੂੰ ਸੱਦ ਕੇ ਉਹਨੂੰ ਲਾਂਭੇ ਕਰਦੇ, ਕਿਸੇ ਹੋਰ ਨੂੰ ਮੌਕਾ ਦੇ ਦਿੰਦੇ। ਜੀ ਜੀ ਜੀ। ਇਹ ਜਦੋਂ ਸੰਸਥਾਵਾਂ ਦੇ ਮੁਖੀ ਬੈਠੇ ਨਾ, ਇੱਕ ਆਪਣੇ ਪੰਜਾਬੀ 'ਚ ਕਹਾਣ ਵੀ ਪਾਉਂਦੇ ਆ ਵੀ ਜੈਸਾ ਰਾਜਾ ਤੈਸੀ ਪ੍ਰਜਾ। ਜੀ। ਜੈਸਾ ਰਾਜਾ, ਜੈਸਾ ਹੁਕਮਰਾਨ ਬੈਠਾ ਹੋਵੇ, ਜੈਸਾ ਕੋਈ ਸੰਸਥਾ ਦਾ ਮੁਖੀ ਬੈਠਾ ਹੋਵੇ, ਉਹਦਾ ਜਿਹੜਾ ਕਰੈਕਟਰ ਹੈ ਨਾ ਉਹ ਲੋਕਾਂ ਦੇ ਵਿੱਚ ਵੀ ਉਸੇ ਤਰ੍ਹਾਂ ਜਾਂਦਾ। ਜੀ ਜੀ। ਔਰ ਸਾਡੇ ਦੇ ਵਿੱਚ ਇਹ ਆ ਵੀ ਸਾਡੇ ਕਿਉਂਕਿ ਗੁਰੂ ਅਸਥਾਨਾਂ ਨੂੰ, ਗੁਰਧਾਮਾਂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਗੁਰੂ ਕੇ ਸਿੱਖਾਂ ਦੀ ਸ਼ਰਧਾ ਬਹੁਤ ਹੈ। ਜੀ। ਜਿਹੜੇ ਇਹਨਾਂ ਸਥਾਨਾਂ ਤੇ ਬੈਠੇ ਲੋਕ ਹੈ ਨਾ ਉਹਨਾਂ ਨੂੰ ਲੋਕੀ ਛੇਤੀ ਉਹਨਾਂ ਦੇ ਮਗਰ ਲੱਗ ਜਾਂਦੇ। ਔਰ ਇਹ ਬੜਾ ਇਹ ਹੁਣ ਵੈਸੇ ਵਕਤ ਇੱਦਾਂ ਦਾ ਲੋਕ ਆ ਗਏ, ਤਰਕਵਾਦੀ ਵੀ ਆ ਗਏ ਵਿੱਚ, ਕੁਝ ਹੋਰ ਵੀ ਗੱਲਾਂ ਹੋਣ ਲੱਗ ਪਈਆਂ। ਹੁਣ ਹਰ ਇੱਕ ਬੰਦਾ ਇੱਦਾਂ ਮਗਰ ਨਹੀਂ ਲੱਗਦਾ, ਸਿਆਣਪ ਨਾਲ ਉਹ ਆਪ ਵੀ ਸੋਚਦਾ ਵੀ ਕਿਉਂਕਿ ਜੋ ਹੋ ਰਿਹਾ ਉਹਦੇ ਬਾਰੇ ਗੁਰੂ ਸਾਹਿਬ ਦੇ ਕੀ ਹੁਕਮ ਹੈ, ਮੈਨੂੰ ਕੀ ਕਰਨਾ ਚਾਹੀਦਾ, ਮੇਰੇ ਕੀ ਪੰਥਕ ਫਰਜ਼ ਹੈ, ਥੋੜ੍ਹਾ ਥੋੜ੍ਹਾ ਸੋਚਣਾ ਤਾਂ ਸ਼ੁਰੂ ਹੋਇਆ। ਪਰ ਅਜੇ ਵੀ ਐਸੇ ਬੰਦਿਆਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਹੈ ਜਿਹੜੇ ਇਹਨਾਂ ਸੰਸਥਾਵਾਂ ਦੇ ਮੁਖੀਆਂ ਦੇ ਬੋਲਾਂ ਦੇ ਉੱਤੇ ਫੁੱਲ ਚੜਾਉਂਦੇ ਅੱਜ ਵੀ ਉਤਾਵਲੇ। ਇੱਕ ਸਰ ਜਿਵੇਂ ਤੁਸੀਂ SGPC ਜਿਹੜੀ ਮੈਂ ਉਹਨੂੰ ਇੱਕ ਪਵਿੱਤਰ ਸੰਸਥਾ ਕਹੂੰਗਾ, ਸਿੱਖਾਂ ਦੀ ਬੜੀ ਮਹਾਨ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਚਲੋ ਗਰਾਫਟਾਂ ਉਹਦੇ ਵਿੱਚ ਹੈਗੀਆਂ ਨੇ, ਸਭ ਨੂੰ ਪਤਾ ਆ। ਤੁਸੀਂ ਉਸ ਕਮੇਟੀ ਦਾ ਪਾਰਟ ਰਹੇ ਹੋ, ਸੇਵਾ ਨਿਭਾਈ ਆ ਕਾਫੀ ਲੰਬਾ ਸਮਾਂ। ਹੁਣ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਆਪਾਂ ਗੱਲ ਕਰਦੇ ਹਾਂ, ਬਤੌਰ ਤੁਸੀਂ ਜ਼ਿੰਮੇਵਾਰੀ ਦੇ ਨਾਲ ਸੰਗਤ ਨੂੰ ਦੱਸੋ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਐਸਾ ਕੀ ਇਤਰਾਜ਼ਯੋਗ ਜਿਹੜਾ ਇਹ ਡੇਰੇਦਾਰ ਜਾਂ ਹੋਰ ਲੋਕ ਉਹਨੂੰ ਮੰਨਣ ਤੋਂ ਇਨਕਾਰੀ ਹੋਏ ਬੈਠੇ ਨੇ। ਆਖਰ ਜੇ ਰਹਿਤ ਮਰਿਆਦਾ ਲਾਗੂ ਹੋ ਜਾਂਦੀ ਹੈ ਤਾਂ ਕੀ ਘਾਟਾ ਕਿਹਨੂੰ ਪਏਗਾ, ਜਾਂ ਕੋਈ ਇਹਦਾ ਕੋਈ ਨਫਾ ਹੋ ਸਕਦਾ? ਕੋਈ ਪਰਲੋ ਨਹੀਂ ਆਉਣ ਲੱਗੀ ਜੀ। ਜਿਹੜੀ ਉਹ ਖਦਸ਼ੇ ਜ਼ਾਹਰ ਕਰਦੇ ਉਹਦਾ ਕੋਈ ਨੁਕਸਾਨ ਨਹੀਂ ਹੈ। ਕਿਸ ਕਿਸਮ ਦੇ ਖਦਸ਼ੇ? ਮੈਂ ਇਹਨੂੰ ਹੋਰ ਤਰੀਕੇ ਨਾਲ ਲੈਣਾ। ਚਲੋ ਬੜੇ ਸਿਆਣੇ ਗੁਰਸਿੱਖਾਂ ਨੇ ਬੈਠ ਕੇ ਗੁਰੂ ਆਸ਼ੇ ਮੁਤਾਬਕ ਕਿਵੇਂ ਜ਼ਿੰਦਗੀ ਜਿਉਣੀ ਹੈ ਉਹਨੂੰ ਕਲਮਬੱਧ ਕਰਕੇ ਉਹਨੂੰ ਰਹਿਤ ਮਰਜ਼ਾਦਾ ਦਾ ਨਾਂ ਦੇ ਦਿੱਤਾ ਜੀ। ਹੁਣ ਜੇ ਕੌਮ ਨੂੰ ਇਕੱਠੀ ਰੱਖਣਾ ਹੋਵੇ, ਮਿਸਲਾਂ ਦੇ ਵੇਲੇ ਵੀ ਸੀ, ਹੁਣ ਵੀ ਇਦਾਂ ਹੀ ਹੈ, ਕੋਈ ਤੇ ਸੂਤਰਧਾਰ ਚਾਹੀਦਾ ਨਾ ਏਕਤਾ ਦਾ। ਬਿਲਕੁਲ, ਕੋਈ ਇੱਕ ਸੂਤਰਧਾਰ ਚਾਹੀਦਾ ਵੀ ਇਸ ਇਸ਼ੂ ਦੇ ਉੱਤੇ ਆਪਾਂ ਸਾਰੇ ਇਕੱਠੇ ਹੋ ਸਕਦੇ। ਜੀ ਜੀ ਜੀ। ਅੱਛਾ, ਉਹ ਰਹਿਤ ਮਰਜ਼ਾਦਾ ਵਿੱਚ ਕੀ ਗੁਨਾਹ ਕੀ ਕੀਤਾ? ਸਿਰਫ ਇਹੀ ਆ ਵੀ ਸਿੱਖ ਦੀ ਰਹਿਣੀ ਸ਼ਖਸੀ ਰਹਿਣੀ ਕੀ ਹੈ ਤੇ ਪੰਥਕ ਰਹਿਣੀ ਕੀ ਹੈ ਜੀ। ਤੇ ਮੈਂ ਤਾਂ ਇਹਨੂੰ ਹੋਰ ਤਰ੍ਹਾਂ ਵੀ ਕਹਿ ਸਕਦਾ, ਜੇ ਡੇਰੇਦਾਰਾਂ ਨੇ ਇਹਨੂੰ ਇਕੱਠਾ ਕਰਨਾ ਹੋਵੇ, ਜੇ ਉਹਨਾਂ ਦਾ ਮਨ ਹੋਵੇ ਵੀ ਅਸੀਂ ਪੰਥਕ ਤੌਰ ਤੇ ਇਕੱਠੇ ਹੋ ਕੇ ਚੱਲਣਾ, ਆਪਣੇ ਡੇਰਿਆਂ ਜਿਹੜੀ ਮਰਜ਼ੀ ਮਰਜ਼ਾਦਾ ਮੰਨੀ ਜਾਣ। ਜਦੋਂ ਪੰਥ ਵਿੱਚ ਵਿਚਰਦੇ ਆ ਤਾਂ ਫਿਰ ਪੰਥਕ ਮਰਜ਼ਾਦਾ ਉਹਨਾਂ ਨੂੰ ਧਾਰਨ ਕਰਨੀ। ਇਹ ਗੱਲ ਤੁਹਾਡਾ ਮੰਨਯੋਗ ਹੈ। ਜਦੋਂ ਤੱਕ ਉਹ ਪੰਥਕ ਤੌਰ ਤੇ ਪੰਥਕ ਸਫਾਂ ਵਿੱਚ ਨਹੀਂ ਵਿਚਰਦੇ, ਖਾਲਸੇ ਦੀ ਅੱਡਰੀ ਹਸਤੀ ਕਾਇਮ ਨਹੀਂ ਹੋ ਸਕਦੀ। ਔਰ ਬਦਕਿਸਮਤੀ ਇਹ ਵੀ ਆ ਵੀ ਜਿਹੜੇ ਲੋਕ ਕਿੰਤੂ ਪਰੰਤੂ ਕਰ ਰਹੇ ਨਾ ਪੰਥਕ ਰਹਿਤ ਮਰਜ਼ਾਦਾ ਤੇ, ਉਹਨਾਂ ਦੇ ਖੁਦ ਡੇਰਿਆਂ ਦੀ ਆ ਇੱਕ ਦੂਜੇ ਨਾਲ ਮਰਜ਼ਾਦਾ ਨਹੀਂ ਰਲਦੀ। ਕਿਸੇ ਡੇਰੇ ਦੀ ਮਰਜ਼ਾਦਾ ਇੱਕ ਦੂਜੇ ਨਾਲ ਨਹੀਂ ਮਿਲਦੀ। ਜੇ ਤਾਂ ਹੋਵੇ ਨਾ ਵੀ ਉਹ ਉਸ ਮਰਜ਼ਾਦਾ ਦਾ ਵਿਰੋਧ ਕਰਦੇ ਆ, ਉਹ ਮਰਜ਼ਾਦਾ ਦਾ ਵਿਰੋਧ ਨਹੀਂ ਕਰਦੇ, ਉਹਨਾਂ ਦੀ ਤਾਂ ਆਪਸ ਵਿੱਚ ਹੀ ਨਹੀਂ ਮਿਲਦੀ। ਉਹ ਸਿਰਫ ਇਹ ਕਿਸ ਕਾਰਨ ਆ ਵੀ ਉਹ ਹਰ ਇੱਕ ਚੀਜ਼ ਕੋਈ ਨਾ ਕੋਈ ਆਪਣੇ ਫੋਲੋਅਰਸ ਨੂੰ ਮਗਰ ਲਾਉਣ ਦੇ ਲਈ ਨਿਵੇਕਲੀ ਕਰਨੀ ਚਾਹੁੰਦੇ ਆ, ਜਿਹਦੇ ਰਾਹੀਂ ਉਹ ਇਹ ਦੱਸਦੇ ਆ ਵੀ ਜੋ ਮੈਂ ਕਰ ਰਿਹਾ ਉਹ ਹੋਰ ਨਹੀਂ ਕੋਈ ਕਰ ਸਕਦਾ। ਕੋਈ ਨਾ ਕੋਈ ਢੁੱਚਰ ਢਾਉਣੀ ਹੁੰਦੀ ਆ। ਇਹ ਹੋਰ ਉਹਦਾ ਮਕਸਦ ਕੋਈ ਨਹੀਂ ਹੈ। ਇਹ ਦੇਖੋ ਪੰਥਕ ਰਹਿਤ ਮਰਜ਼ਾਦਾ ਦੇ ਵਿੱਚ ਮੈਨੂੰ ਕੋਈ ਖੋਟ ਨਜ਼ਰ ਨਹੀਂ ਆਇਆ ਅੱਜ ਤੱਕ, ਮੈਂ ਨਹੀਂ ਆਇਆ। ਜੇ ਚਲੋ ਮੈਂ ਕਹਿੰਦਾ ਕਿਸੇ ਨੂੰ ਕੋਈ ਕਮੀ ਵੀ ਲੱਗਦੀ ਹੈ, ਜਦੋਂ ਤੱਕ ਉਹਦੇ ਵਿੱਚ ਕੋਈ ਜਿਹੜੀ ਕਮੀ ਆ ਦੂਰ ਨਹੀਂ ਹੋ ਜਾਂਦੀ, ਦੂਰ ਕਰਨ ਦਾ ਤਰੀਕਾ ਪੰਥਕ ਤੌਰ ਤੇ ਬੈਠ ਕੇ ਆ। ਪੰਥਕ ਸਫਾਂ ਦੇ ਵਿੱਚ ਸਭ ਤੋਂ ਵੱਡਾ ਸਤਿਕਾਰ ਸ੍ਰੀ ਅਕਾਲ ਤਖਤ ਸਾਹਿਬ ਦਾ, ਪੰਥ ਨੂੰ ਇਕੱਠਾ ਕਰਨ ਦੇ ਲਈ। ਉੱਥੇ ਜਾ ਕੇ ਬੈਠ ਕੇ ਸਾਰੇ ਪੰਥ ਇਕੱਠਾ ਕਰ ਲੈਣ, ਡੇਰੇਦਾਰ ਵੀ ਇਕੱਠੇ ਹੋ ਜਾਣ, ਹੋਰ ਵੀ ਹੋ ਜਾਣ, ਤੇ ਬੈਠ ਕੇ ਉਹਨੂੰ ਦੂਰ ਕਰਕੇ ਫਿਰ ਇਕੱਠੇ ਹੋ ਜਾਣ। ਇਸ ਪਾਸੇ ਨੂੰ ਗੱਲ ਨਹੀਂ ਤੁਰ ਰਹੀ, ਨਾ ਉਧਰ ਨੂੰ ਤੋਰਨ ਦਾ ਯਤਨ ਕੀਤਾ ਜਾ ਰਿਹਾ। ਉਹ ਸਿਰਫ ਇਹੀ ਆ ਵੀ ਜੋ ਮੈਂ ਕਰ ਰਿਹਾ ਨਾ, ਜੋ ਜਿਵੇਂ ਆ ਪਿਛਲੇ ਸਮੇਂ 'ਚ ਦੇਖਿਆ, ਜਿਹਨੇ 2 ਕਿਤਾਬਾਂ ਪੜ੍ਹ ਲਈਆਂ ਉਹ ਕਹਿੰਦਾ ਜਿੰਨਾ ਗਿਆਨ ਮੈਨੂੰ ਹਾਸਲ ਹੈ ਕਿਸੇ ਹੋਰ ਨੂੰ ਨਹੀਂ। ਹਰ ਇੱਕ ਬੰਦੇ ਨੇ ਆਪਣੇ ਗਿਆਨ ਨੂੰ ਬਸ ਆਖਰੀ ਸਮਝ ਲਿਆ, ਤੇ ਇੱਥੇ ਹੀ ਇਹੀ ਕਲੇਸ਼ ਦਾ ਘਰ ਹੈ। ਇੱਕ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਵੈਸੇ ਜਦੋਂ ਤੋਂ ਆਏ ਨੇ ਉਹ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਨੇ, ਤੇ ਹੁਣ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਅਕਾਲੀ ਦਲ ਦੀ ਹਾਰ ਪ੍ਰਤੀ, ਤੇ ਉਸ ਬਿਆਨ ਤੋਂ ਬਾਅਦ ਉਹਨਾਂ ਦੇ ਖਿਲਾਫ ਨੈਗੇਟਿਵ ਪ੍ਰਚਾਰ ਕਾਫੀ ਹੋਇਆ। ਲੇਕਿਨ ਇੱਕ ਸਮਾਂ ਆਪਾਂ ਦੇਖਦੇ ਹਾਂ ਵੀ ਜਿਵੇਂ ਤੁਸੀਂ ਵੀ ਗੱਲ ਕਹੀ ਕਿ ਵੱਡੇ ਵੱਡੇ ਰਾਸ਼ਟਰਪਤੀ ਜਾਂ ਵੱਡੇ ਵੱਡੇ ਲੀਡਰ ਵੀ ਅੱਖਾਂ ਨੀਵੀਆਂ ਕਰ ਲੈਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੱਲ ਕਰਨ ਦੇ ਵਿੱਚ ਜਦੋਂ ਕੋਈ ਹੁਕਮ ਉੱਥੋਂ ਹੁੰਦਾ ਸੀ। ਲੇਕਿਨ ਅੱਜ ਇੱਕ ਅਕਾਲ ਤਖਤ ਦੀ ਜਿਹੜੀ ਪਦਵੀ ਆ, ਮਾਫ਼ ਕਰਨਾ ਜਥੇਦਾਰ ਦੀ ਪਦਵੀ ਜਿਹੜੀ ਆ, ਉਹ ਇੱਕ ਮਜ਼ਾਕ ਦਾ ਪਾਤਰ ਬਣ ਗਈ। ਜਣਾ ਖਣਾ ਉੱਠ ਕੇ ਜਥੇਦਾਰ ਨੂੰ ਕੋਈ ਨਾ ਕੋਈ ਸਵਾਲ ਖੜੇ ਕਰ ਲੈਂਦਾ। ਇਹੋ ਜਿਹੇ ਹਾਲਾਤ ਦੇ ਵਿੱਚ
ਕੀ ਹੁਣ, ਕਿਉਂਕਿ ਜਦੋਂ ਆਦਤ ਪੈ ਜਾਂਦੀ ਹੈ ਲੋਕਾਂ ਨੂੰ ਸਵਾਲ ਖੜੇ ਕਰਨ ਦੀ, ਜਦੋਂ ਮੰਨ ਲਓ ਕੋਈ ਬੱਚਾ ਆਪਣੇ ਮਾਂ-ਪਿਓ ਦਾ ਸਤਿਕਾਰ ਕਰਦਾ ਹੀ ਨਹੀਂ ਹੈ, ਗੱਲ ਜਦੋਂ ਜ਼ਿਆਦਾ ਵਿਗੜ ਜਾਂਦੀ ਹੈ, ਤਾਂ ਕੀ ਉਹ ਬੱਚਾ ਆਪਣੇ ਮਾਂ-ਪਿਓ ਦਾ ਸਤਿਕਾਰ ਅੱਗੇ ਭਵਿੱਖ ਦੇ ਵਿੱਚ ਕਰਨ ਲੱਗ ਜਾਏਗਾ? ਕੀ ਜਥੇਦਾਰ ਦੀ ਜਿਹੜੀ ਪਦਵੀ ਆ ਉਹ ਦੁਬਾਰਾ ਫਿਰ ਰਿਸਪੈਕਟੇਬਲ ਹੋ ਸਕਦੀ ਹੈ ਭਵਿੱਖ ਦੇ ਵਿੱਚ? ਦੇਖੋ, ਸਾਰਾ ਕੁਝ ਹੋ ਸਕਦਾ। ਉਹ ਹੋ ਇਸ ਕਰਕੇ ਸਕਦੀ ਹੈ, ਜਿਵੇਂ ਮੈਂ ਜੇ ਥੋੜ੍ਹਾ ਜਿਹਾ ਪਿਛੋਕੜ 'ਚ ਜਾਵਾਂ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਨਾ ਜੀ, ਉਸ ਵੇਲੇ ਇਸ ਨੂੰ ਸਿੱਖਾਂ ਦੀ ਰਿਪਰੈਜ਼ੈਂਟਿੰਗ ਬੋਡੀ ਕਿਹਾ ਗਿਆ ਵੀ ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਕਰ ਸਕਦੇ ਆ। ਇਹ ਹਰ ਦੁੱਖ ਸੁੱਖ ਵਿੱਚ ਜੇ ਰਾਜਨੀਤਿਕ ਧਿਰਾਂ ਨਾ ਵੀ ਇਹਨਾਂ ਦੇ ਨਾਲ ਹੋਣ ਤਾਂ ਵੀ ਇਹ ਮਸਲਿਆਂ ਦਾ ਹੱਲ ਕਰਨ ਦੇ ਸਮਰੱਥ। ਉਸ ਵੇਲੇ ਜਿਹੜੇ ਸਿੱਖ ਸੀ ਨਾ, ਉਹ ਕੇਵਲ ਅਣਵੰਡੇ ਪੰਜਾਬ ਤੱਕ ਸੀਮਤ ਸੀ। ਬਹੁਤੀ ਜ਼ਿਆਦਾ ਆਬਾਦੀ ਬਾਹਰ ਵਿਦੇਸ਼ਾਂ 'ਚ ਵੀ ਨਹੀਂ ਗਈ ਸੀ ਅਤੇ ਸੂਬੇ ਤੋਂ ਬਾਹਰ ਵੀ ਬਹੁਤ ਥੋੜ੍ਹੇ ਸਿੱਖ ਰਹਿੰਦੇ ਸੀ ਜੀ। ਜ਼ਿਆਦਾ ਆਬਾਦੀ ਇੱਥੇ ਸੀ। ਉਹ ਇੱਥੇ ਦੀਆਂ ਲੋੜਾਂ ਦੇ ਮੁਤਾਬਕ ਉਸ ਵੇਲੇ ਬਹੁਤ ਅੱਛੀ ਤਰ੍ਹਾਂ ਰਿਪਰੈਜ਼ੈਂਟੇਸ਼ਨ ਕਰਦੀ ਵੀ ਰਹੀ। ਅੱਛਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਤਖਤਾਂ ਦੇ ਜਥੇਦਾਰ ਲਾਉਣੇ ਹੁੰਦੇ। ਹੁਣ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟੇ ਹਾਂ, ਜਦੋਂ ਪਰਿਵਾਰਾਂ ਦੇ ਕਬਜ਼ੇ ਪੰਥ ਦੇ ਉੱਤੇ ਹੋ ਜਾਣ ਫਿਰ ਤਾਂ ਉਹ ਹਰ ਇੰਸਟੀਟਿਊਸ਼ਨ ਦੇ ਉੱਤੇ ਇਹ ਚਾਹੁੰਦੇ ਆ ਵੀ ਸਾਡੀ ਗੱਲ ਕਰਨ ਵਾਲਾ ਬੰਦਾ ਬੈਠੇ ਜਿਹੜਾ ਸਾਨੂੰ ਕਿਸੇ ਪਾਸੋਂ ਖਤਰਾ ਨਾ ਹੋ। ਚਲੋ, ਉਹਨਾਂ ਨੇ ਟਿਕਟਾਂ ਦਿੱਤੀਆਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਵੱਧ ਜਿਤਾ ਲਏ ਜੀ। ਵੱਧ ਜਿਤਾਉਣ ਕਰਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਉਹਨਾਂ ਦੀ ਮਰਜ਼ੀ ਦਾ ਬਣਦਾ ਹੀ ਬਣਦਾ। ਅਤੇ ਹੁਣ ਵੀ ਤੁਸੀਂ ਕਈ ਪ੍ਰਧਾਨਾਂ ਦੇ ਬਿਆਨ ਦੇਖ ਲਓਗੇ ਜਿਹਦੇ 'ਚ ਪੰਥ ਦੀ ਫਿਕਰ ਘੱਟ ਹੁੰਦਾ ਅਤੇ ਬਾਦਲ ਪਰਿਵਾਰ ਦਾ ਜ਼ਿਆਦਾ ਹੁੰਦਾ। ਪਰ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਮੂੰਹ 'ਚੋਂ ਐਸੇ ਲਫ਼ਜ਼ ਨਿਕਲਣੇ ਕੌਮਾਂ ਦੇ ਲਈ ਨਮੋਸ਼ੀ ਭਰਿਆ ਮਾਹੌਲ ਪੈਦਾ ਕਰਦੇ ਆ, ਜਿਹੜਾ ਉਹਨਾਂ ਨੂੰ ਕੌਮੀ ਗੱਲ ਕਰਨੀ ਚਾਹੀਦੀ ਹੈ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਹੈ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਹੈ। ਇੱਕ ਪਰਿਵਾਰ ਪੰਥ ਨਹੀਂ ਹੈ, ਹਜ਼ਾਰਾਂ ਹੀ ਪਰਿਵਾਰ ਪੰਥ ਵਿੱਚ ਆਏ ਆ, ਹਜ਼ਾਰਾਂ ਹੀ ਚਲੇ ਗਏ। ਉਹਨਾਂ ਨੇ ਆਉਂਦੇ ਜਾਂਦੇ ਰਹਿਣਾ, ਕੁਝ ਵੀ ਹੁੰਦਾ ਰਹੇ, ਪਰ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਦੀ ਬਜਾਏ ਜਿਹੜੀਆਂ ਗੱਲਾਂ ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਕੀਤੀਆਂ ਗਈਆਂ ਉਹ ਗੱਲਾਂ ਸੱਚਮੁੱਚ ਹੀ ਮਤਲਬ ਨਮੋਸ਼ੀ ਭਰੀਆਂ ਸੀ, ਔਰ ਉਹਨਾਂ ਦੇ ਕੱਦ ਨੂੰ ਵੀ ਸੱਟ ਮਾਰੀ ਅਤੇ ਨਾਲ ਦੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹਸਤੀ ਸੀ ਉਹਦੇ ਲਈ ਵੀ ਚੁਣੌਤੀਆਂ ਪੇਸ਼ ਕੀਤੀਆਂ। ਇਹ ਬੋਲਣ ਲੱਗਿਆਂ ਜਥੇਦਾਰ ਸਾਹਿਬਾਨਾਂ ਨੂੰ ਬਹੁਤ ਕੁਝ ਸੋਚ ਕੇ ਬੋਲਣਾ ਚਾਹੀਦਾ। ਵੱਡਾ ਅਹੁਦਾ ਆ, ਵੱਡੀ ਪਦਵੀ ਆ। ਅਤੇ ਇੱਕ ਸਰ, ਜਿਵੇਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਸੀ, ਮੈਂ ਸਟਾਰਟਿੰਗ 'ਚ ਗੱਲ ਕੀਤੀ ਕਿ ਪੰਥਕ ਏਕਤਾ ਵਾਸਤੇ ਤਾਂ ਕਿ ਲੋਕ ਇਕੱਠੇ ਹੋ ਜਾਣ, ਜਦੋਂ ਤੁਸੀਂ ਇਹ ਕੋਸ਼ਿਸ਼ਾਂ ਕੀਤੀਆਂ ਉਦੋਂ ਚੁਣੌਤੀਆਂ ਕੀ ਸੀ ਤੁਹਾਡੇ ਸਾਹਮਣੇ? ਨੰਬਰ 2 'ਤੇ ਤੁਹਾਡੇ ਕੋਲ ਪਲਾਨ ਕੀ ਹੈ ਵੀ ਸਿੱਖਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕੀਤਾ ਜਾ ਸਕੇ? ਅਤੇ ਤੀਜੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਪਲਾਨ ਸੀ, ਤੁਸੀਂ ਕਿਉਂਕਿ ਪਹਿਲਾਂ ਤੁਸੀਂ ਗੱਲ ਕਰਦੇ ਰਹੇ ਜਥੇਬੰਦੀਆਂ ਦੇ ਨਾਲ ਜਾਂ ਜਿਹੜੇ ਕੋਈ ਬੁਲਾਰੇ ਨੇ, ਕੁਛ ਵਿਦਵਾਨ ਨੇ, ਸਿੱਖ ਬੁੱਧੀਜੀਵੀ ਨੇ, ਹੈ ਨਾ, ਉਹਨਾਂ ਦੇ ਨਾਲ ਤੁਸੀਂ ਰਾਬਤਾ ਕੀਤਾ, ਉਹ ਇਕੱਠੇ ਵੀ ਹੋਏ ਅਤੇ ਹੁਣ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਵੀ ਹੋਣਗੇ ਆਰਾਮ ਦੇ ਨਾਲ। ਲੇਕਿਨ ਆਮ ਜਿਹੜਾ ਬੰਦਾ ਹੈ ਉਹ ਦੁਖੀ ਹੈ ਕਈ ਚੀਜ਼ਾਂ ਨੂੰ ਲੈ ਕੇ। ਜਿਹੜੇ ਤੁਹਾਡੇ ਪਲਾਨ ਸੀ ਵੀ ਪੰਥਕ ਏਕਤਾ ਵਾਸਤੇ, ਉਹ ਪਲਾਨ ਕੀ ਸੀ ਅਤੇ ਚੁਣੌਤੀਆਂ ਤੁਹਾਨੂੰ ਕੀ ਆਈਆਂ? ਦੇਖੋ, ਮੈਂ ਮਹਿਸੂਸ ਕਰਦਾ ਰਿਹਾ, ਹਮੇਸ਼ਾ ਹੀ ਕੀਤਾ, ਬਈ ਜਦੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਨਾ ਬਾਰ-ਬਾਰ ਫੇਲ ਹੋ ਜਾਣ ਅਤੇ ਉਹਨਾਂ ਨੂੰ ਬਾਰ-ਬਾਰ ਨਹੀਂ ਪਰਖਿਆ ਜਾਂਦਾ। ਜਦੋਂ ਬਾਰ-ਬਾਰ ਉਹਨਾਂ ਦੇ ਕੀਤੇ ਕੰਮਾਂ ਦੇ ਨਾਲ ਕੌਮ ਸੰਤੁਸ਼ਟ ਨਾ ਹੁੰਦੀ ਹੋਵੇ, ਪੰਥ ਦਾ ਭਲਾ ਨਾ ਹੁੰਦਾ ਹੋਵੇ, ਫਿਰ ਸਿਆਣਪ ਤਾਂ ਇਹਦੇ 'ਚ ਇਹ ਹੁੰਦੀ ਆ ਵੀ ਉਹ ਆਪ ਪਿੱਛੇ ਹਟ ਜਾਣ, ਨਵੀਂ ਲੀਡਰਸ਼ਿਪ ਡਿਵੈਲਪ ਕਰਨ। ਅਕਾਲੀ ਦਲ ਦੇ ਵਿੱਚ ਨਵੀਂ ਲੀਡਰਸ਼ਿਪ, ਇਹਨੂੰ ਲੀਡਰਸ਼ਿਪ ਦੀ ਨਰਸਰੀ ਕਹਿੰਦੇ ਰਹੇ ਅਕਾਲੀ ਦਲ। ਜਦੋਂ ਦਾ ਪਰਿਵਾਰਾਂ ਦਾ ਕਬਜ਼ਾ ਹੋਇਆ ਨਾ, ਹੁਣ ਤਾਂ ਦੂਜੀ ਲਾਈਨ ਨਹੀਂ ਲੱਭਦੀ, ਪਹਿਲੀ ਕਤਾਰ ਹੀ ਆ ਅਤੇ ਦੂਜੀ ਕਤਾਰ ਦਾ ਬੰਦਾ ਹੀ ਕੋਈ ਨਹੀਂ। ਅਤੇ ਜਿਹੜੀ ਥੱਲਿਓਂ ਲੀਡਰਸ਼ਿਪ ਡਿਵੈਲਪ ਹੋਣੀ ਸੀ ਉਹ ਵੀ ਪਰਿਵਾਰਵਾਦ ਦੇ ਇਸ ਚੱਕਰ ਨੇ ਖ਼ਤਮ ਕਰ ਦਿੱਤੀ। ਅੱਛਾ, ਹੁਣ ਜਦੋਂ ਸਾਰੇ ਬਰਾਬਰ ਦੇ ਹੋਣ ਫਿਰ ਉਹਦੇ 'ਚ ਇਹ ਹੁੰਦਾ ਵੀ ਜਿਵੇਂ ਚਲੋ ਜਾਂ ਤਾਂ ਕੋਈ ਕੇਂਦਰੀ ਇੱਕ ਨੁਕਤਾ ਬਣਾ ਲਿਆ ਜਾਵੇ ਬਈ ਚਲੋ ਬੇਸ਼ੱਕ ਸਾਡੀਆਂ ਜਥੇਬੰਦੀਆਂ ਅਲੱਗ-ਅਲੱਗ, ਅਸੀਂ ਇਸ ਇਸ਼ੂ ਦੇ ਉੱਤੇ ਇਕੱਠੇ ਹੋ ਸਕਦੇ। ਜੇ ਤਾਂ ਉਸ ਇਸ਼ੂ ਨੂੰ ਸਿਰਫ ਤੁਸੀਂ ਸੀਟਾਂ ਤੱਕ, ਵੋਟਾਂ ਤੱਕ, ਚੌਧਰ ਤੱਕ ਸੀਮਤ ਰੱਖਣਾ, ਫਿਰ ਕਦੀ ਏਕਤਾ ਨਹੀਂ ਹੋ ਸਕਦੀ, ਕਿਉਂਕਿ ਕੁਰਸੀ ਐਸੀ ਹੈ ਜਿਹੜੀ ਘਰ ਵਾਲੇ ਨੂੰ ਘਰ ਵਾਲੀ ਦੇ ਮੂਹਰੇ ਖੜਾ ਕਰ ਦਿੰਦੀ ਹੈ, ਭਰਾ ਨੂੰ ਭਰਾ ਦਾ ਕਤਲ ਕਰਨ ਲਈ ਮਜਬੂਰ ਹੁੰਦਾ ਵੀ ਇੱਦਾਂ ਦੇਖਿਆ ਆਪਾਂ ਨੇ ਬਹੁਤ। ਹਾਂਜੀ, ਅਤੇ ਕੁਛ ਤਿਆਗੀ ਬੰਦੇ ਚਾਹੀਦੇ ਹੁੰਦੇ ਆ ਜਿਹੜੇ ਕਹਿਣ ਵਿੱਚ ਚਲੋ ਜੀ ਮੈਂ ਬਥੇਰਾ ਕਰ ਲਿਆ, ਮੈਂ ਪਾਸੇ ਬਹਿ ਜਾਂਦਾ, ਨਵੀਂ ਲੀਡਰਸ਼ਿਪ ਡਿਵੈਲਪ ਕਰੋ, ਮੈਂ ਉਹਨਾਂ ਨੂੰ ਗਾਈਡ ਕਰਨ ਦੀ ਸੇਵਾ ਨਿਭਾ ਸਕਦਾ। ਮੈਂ ਇਹ ਆਫਰ ਇੱਕ ਵਾਰੀ ਨਹੀਂ ਬਹੁਤ ਵਾਰੀ ਦੇ ਚੁੱਕਾ। ਅੱਛਾ, ਵੀ ਜਿੰਨੇ ਤੁਸੀਂ ਲੜ ਰਹੇ ਆ ਨਾ ਕੁਰਸੀ ਦੀ ਖਾਤਰ, ਆਪਾਂ ਸਾਰੇ ਪਿੱਛੇ ਬਹਿ ਜਾਂਦੇ, ਨਵੇਂ ਬੱਚਿਆਂ ਨੂੰ ਮੂਹਰੇ ਲਿਆਓ, ਅਸੀਂ ਉਹਨਾਂ ਨੂੰ ਗਾਈਡ ਕਰਾਂਗੇ, ਅਸੀਂ ਉਹਨਾਂ ਨੂੰ
ਉਹਨਾਂ ਦੀ ਟ੍ਰੇਨਿੰਗ ਕਰਕੇ ਵੀ ਲੈ ਕੌਮ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ, ਪੋਟੈਂਸ਼ੀਅਲ ਵਾਲੀ ਲੀਡਰਸ਼ਿਪ ਦੀ ਲੋੜ ਹੈ ਜੀ। ਇਸ ਲੀਡਰਸ਼ਿਪ ਦੀ ਲੋੜ ਨਹੀਂ ਵੀ ਚਲੋ ਮੇਰਾ ਇੱਧਰੋਂ ਨਹੀਂ ਸੂਤ ਲੱਗਾ ਤਾਂ ਮੈਂ ਇੱਧਰ ਆ ਜਾਵਾਂ, ਇੱਧਰੋਂ ਨਹੀਂ ਲੱਗਾ ਤੇ ਇੱਧਰ ਆ ਜਾਵਾਂ। ਕਈ ਬੰਦੇ ਤਾਂ ਇਦਾਂ ਹੀ ਨੱਠੇ ਭੱਜੇ ਫਿਰਦੇ ਨਾ ਵੀ ਮੈਨੂੰ ਉਹਨੇ ਟਿਕਟ ਨਹੀਂ ਦਿੱਤੀ ਮੈਂ ਇੱਧਰ ਨੂੰ ਆ ਜਾਣਾ, ਸਵੇਰ ਨੂੰ ਕਿਸੇ ਹੋਰ ਨਾਲ, ਦੁਪਹਿਰ ਨੂੰ ਕਿਸੇ ਹੋਰ ਨਾਲ। ਜਿਹੜੀ ਰਾਜਨੀਤੀ ਹੈ ਨਾ, ਰਾਜਨੀਤੀ ਖੁਦਗਰਜ਼ ਹੈ। ਇਹ ਖੁਦਗਰਜ਼ੀ ਦੀ ਰਾਜਨੀਤੀ ਰਿਸ਼ਤਿਆਂ ਦੀ ਪਾਕੀਜ਼ਗੀ ਨਹੀਂ ਸਮਝਦੀ, ਰਿਸ਼ਤਿਆਂ ਦਾ ਸਤਿਕਾਰ ਨਹੀਂ ਸਮਝਦੀ, ਇਹ ਕਤਲਾਂ ਤੱਕ ਪਹੁੰਚ ਜਾਂਦੀ ਹੈ ਜੀ। ਕੁਰਸੀ ਖੋਹਣ ਦੇ ਲਈ ਲੋਕ ਪਰਿਵਾਰਾਂ ਦੇ ਕਤਲ ਕਰ ਦਿੰਦੇ। ਬਿਲਕੁਲ। ਜਿਹੜਾ ਪੰਥ ਹੈ ਨਾ, ਪੰਥ ਤਿਆਗ ਮੰਗਦਾ। ਜਦੋਂ ਦੋਨੇ ਚੀਜ਼ਾਂ ਨੂੰ ਸਮਝ ਕੇ ਬੰਦਾ ਤੁਰਦਾ ਹੈ ਨਾ, ਤੇ ਫਿਰ ਏਕਤਾ ਵੀ ਹੋ ਸਕਦੀ ਆ, ਸਾਰਾ ਕੁਝ ਹੋ ਸਕਦਾ। ਅਜੇ ਹਉਮੈ ਭਾਰੂ ਹੈ ਜੀ। ਹਾਂ, ਇੱਕ ਜ਼ਰੂਰ ਹੈ ਤੇ ਕੁਝ ਬੰਦਿਆਂ ਨੂੰ ਇਦਾਂ ਲੱਗਣ ਲੱਗ ਪਿਆ ਵੀ ਬਾਦਲ ਪਰਿਵਾਰ ਪਾਸੇ ਹਟ ਗਿਆ, ਤੇ ਕੁਝ ਅਜੇ ਵੀ ਜਿੰਨਾ ਜ਼ਿਆਦਾ ਜ਼ੋਰ ਦੀ ਬੋਲਦੇ ਉਹ ਕਹਿੰਦੇ ਜੇ ਕੱਲ੍ਹ ਨੂੰ ਕਿਤੇ ਇਕੱਠਾ ਮੱਠੇ ਹੋਏ ਸਾਨੂੰ 10 ਸੀਟਾਂ ਵੱਧ ਮਿਲ ਜਾਣਗੀਆਂ, ਉਹ ਕਹਿੰਦੇ 20 ਸੀਟਾਂ ਮੈਨੂੰ ਵੱਧ ਮਿਲ ਜਾਣਗੀਆਂ। ਤੇ ਜਿਹੜੀ ਬਿਨਾਂ ਕਿਸੇ ਇਸ਼ੂਜ਼ ਦੇ ਉੱਤੇ ਏਕਤਾ ਵੀ ਹੁੰਦੀ ਨਾ, ਉਹ ਵੀ ਚਿਰਸਥਾਈ ਨਹੀਂ ਹੁੰਦੀ। ਜਾਂ ਤਾਂ ਕੋਈ ਫਾਰਮੂਲਾ ਬਣੇ ਐਸਾ ਜਿਹੜਾ ਸਰਬ ਪ੍ਰਵਾਨਿਤ ਹੋਵੇ। ਜੇ ਚੋਣ ਵੀ ਲੜਨੀ ਹੈ ਕਿਸੇ ਨੇ ਸ਼੍ਰੋਮਣੀ ਕਮੇਟੀ ਦੀ, ਜ਼ਰੂਰੀ ਨਹੀਂ ਸਾਰਿਆਂ ਨੇ ਲੜਨੀ ਹੈ। ਬਿਲਕੁਲ ਬਿਲਕੁਲ। ਕਾਬਲੀਅਤ ਦੇਖ ਕੇ ਅਸੀਂ ਜਦੋਂ ਪਹਿਲਾਂ 96 ਦੇ ਵਿੱਚ ਚੋਣ ਲੜੀ ਆ ਨਾ ਜੀ, ਟੌੜਾ ਸਾਹਿਬ ਦੇ ਵੇਲੇ ਉਹਨਾਂ ਨੇ 16 ਸੂਤਰੀ ਇੱਕ ਫਾਰਮ ਭਰਾਏ ਸੀ ਸਾਡੇ ਸਾਰਿਆਂ ਕੋਲ। ਠੀਕ ਹੈ ਜੀ। 16 ਨੁਕਤੇ ਸੀ ਉਹਦੇ ਕੀ ਸੀ ਮੇਨ ਨੁਕਤੇ ਉਹਨਾਂ ਦੇ? ਮੇਨ ਉਹਦੇ 'ਚ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਆਪਣਾ ਗੁਰੂ ਨਹੀਂ ਮੰਨਦਾ, ਇੰਨੀ ਬਾਣੀ ਪੜ੍ਹ ਸਕਦਾ, ਮੇਰੇ ਪਰਿਵਾਰ ਦੀ ਕੀ ਕੁਰਬਾਨੀ ਆ, ਮੇਰੀ ਕੀ ਕੁਰਬਾਨੀ ਆ, ਮੇਰੀ ਵਿਦਿਅਕ ਯੋਗਤਾ ਕੀ ਹੈ। ਠੀਕ ਹੈ ਜੀ। ਤੇ ਮੈਂ ਪੰਥਕ ਰਹਿਤ ਮਰਜ਼ਾਦਾ ਦਾ ਮਦਈ ਆ। ਇਹ ਸਾਰੀਆਂ ਗੱਲਾਂ ਸੀਗੀਆਂ ਉਹਦੇ 'ਚ। ਠੀਕ ਹੈ ਜੀ। ਤੇ ਉਹ ਕੋਈ ਇੱਦਾਂ ਦਾ ਫਾਰਮੂਲਾ ਬਣ ਸਕਦਾ, ਅਜੇ ਵੀ ਉਹ ਪਿਆ। ਤੇ ਜੇ ਕੋਈ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਇੱਕ ਪਾਸੇ ਹੋ ਜਾਣ, ਨਹੀਂ ਚੰਗੀਆਂ ਲੱਗਦੀਆਂ ਪਾਸੇ ਹਟ ਜਾਣ। ਤੇ ਜੇ ਬੰਦੇ ਇਹ ਕਹਿਣ ਨਾ ਵੀ ਸਾਡੀ ਆਪਣੀ ਹੋਂਦ ਹਸਤੀ ਵੀ ਖੜੀ ਰਹੇ ਜੀ, ਇੱਕ ਚੀਜ਼ ਬਚਣੀ ਆ, ਜਾਂ ਖੁਦਗਰਜ਼ੀ ਬਚਣੀ ਜਾਂ ਪੰਥ ਬਚਣਾ। ਖੁਦਗਰਜ਼ੀ ਤਿਆਗ ਕੇ ਪੰਥ ਨੂੰ ਬਚਾਇਆ ਜਾ ਸਕਦਾ ਜੀ। ਤੇ ਇਹਦੇ ਲਈ ਜਿਹੜੇ ਚਿੰਤਾਵਾਨ ਹੈ ਉਹਨਾਂ ਨੂੰ ਵੱਡਾ ਰੋਲ ਅਦਾ ਕਰਨਾ ਚਾਹੀਦਾ। ਮੈਂ ਹਮੇਸ਼ਾ ਹੀ ਇਹ ਗੱਲ ਕਹੀ ਹੈ, ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਜੀ। ਹੁਣ ਜਿਹੜੇ ਨੌਜਵਾਨ ਹੁਣ ਇਸ ਵੇਲੇ ਆ, ਸਾਡੇ ਨਾਲ ਵੱਧ ਪੜ੍ਹੇ ਲਿਖੇ, ਵੱਧ ਸਿਆਣੇ ਆ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝਦੇ ਆ। ਥਾਂ ਪਰ ਥਾਂ ਜੋ ਕੁਝ ਹੋ ਰਿਹਾ ਉਹਦੇ ਬਾਰੇ ਉਹਨਾਂ ਨੂੰ ਗਿਆਨ ਵੀ ਆ ਤੇ ਉਹਦੇ ਤੋੜ ਵੀ ਲੱਭਣ ਦੇ ਸਮਰੱਥ ਜੀ। ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ, ਮੌਕਾ ਦੇਣਾ ਚਾਹੀਦਾ ਉਹਨਾਂ ਨੂੰ। ਜਿਨ੍ਹਾਂ ਨੇ 50-50 ਸਾਲ ਲੀਡਰੀਆਂ ਕਰ ਲਈਆਂ, 50-50 ਸਾਲ ਕੁਰਸੀਆਂ ਭੋਗ ਲਈਆਂ, ਪਿੱਛੇ ਬੈਠ ਕੇ ਵੀ ਉਹਨਾਂ ਦੀ ਮਦਦ ਕਰ ਦੇਣ ਤਾਂ ਕੋਈ ਮਾੜੀ ਗੱਲ ਨਹੀਂ। ਜਦੋਂ ਐਸਾ ਮਾਹੌਲ ਬਣ ਗਿਆ ਤੇ ਸਾਰਾ ਕੁਝ ਠੀਕ ਹੋ ਜਾਣਾ। ਸਰ, ਇੱਕ ਆਪਾਂ ਜੇ ਸਿੱਖਾਂ ਦੀ ਸੰਸਥਾ, ਰਾਜਨੀਤਿਕ ਸੰਸਥਾ ਅਕਾਲੀ ਦਲ, ਉਹਦੀ ਗੱਲ ਕਰਦੇ ਹਾਂ। ਹੁਣ ਚਲੋ ਇੱਕ ਪਰਿਵਾਰ ਕਰਕੇ ਉਹ ਨਮੋਸ਼ੀ ਝੱਲਣੀ ਪੈ ਰਹੀ ਹੈ ਸਾਰੇ ਸਿੱਖਾਂ ਨੂੰ, ਲੇਕਿਨ ਅਕਾਲੀ ਦਲ ਸ਼ਬਦ ਤੁਹਾਨੂੰ ਲੱਗਦਾ ਕਿ ਨਫ਼ਰਤ ਦਾ ਪਾਤਰ ਬਣ ਚੁੱਕਿਆ? ਜੇ ਕੱਲ੍ਹ ਨੂੰ ਮੰਨ ਲਓ ਬਾਦਲ ਪਰਿਵਾਰ ਹਟ ਵੀ ਜਾਂਦਾ ਇਹਦੇ ਵਿੱਚੋਂ, ਤਾਂ ਇਸ ਸ਼ਬਦ ਨੂੰ ਬਹੁਤੇ ਸਿੱਖ ਹੁਣ ਪਸੰਦ ਨਹੀਂ ਕਰਦੇ। ਹਾਲਾਂਕਿ ਜੇ ਆਪਾਂ ਜਦੋਂ ਪੜ੍ਹਦੇ ਹਾਂ ਬਾਣੀ ਦਾ ਸਟਾਰਟਿੰਗ ਵਿੱਚ ਹੀ ਆ ਜਾਂਦਾ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਵਿੱਚ ਵੀ ਅਕਾਲ ਮੂਰਤ। ਹਰ ਇੱਕ ਸਿੱਖ ਅਕਾਲ ਦਾ ਪੁਜਾਰੀ ਹੈ, ਅਕਾਲ ਨੂੰ ਮੰਨਣ ਵਾਲਾ ਹੈ। ਇਹਦਾ ਮਤਲਬ ਸਾਰੇ ਸਿੱਖ ਸੱਚੇ ਜਿਹੜੇ ਸਿੱਖ ਨੇ ਉਹ ਅਕਾਲੀ ਨੇ। ਤਾਂ ਹੁਣ ਜਿਹੜੇ ਹਾਲਾਤ ਬਣ ਗਏ ਨੇ, ਕੀ ਅਕਾਲੀ ਦਲ ਸ਼ਬਦ ਦੁਬਾਰਾ ਰਿਸਪੈਕਟੇਬਲ ਹੋ ਸਕਦਾ ਹੈ ਜਾਂ ਹੁਣ ਕੋਈ ਨਵੇਂ ਰਾਹ ਲੱਭਣੇ ਪੈਣਗੇ ਸਿੱਖਾਂ ਨੂੰ? ਦੇਖੋ, ਅਕਾਲੀ ਦਲ ਬੜਾ ਪਵਿੱਤਰ ਲਫ਼ਜ਼ ਹੈ ਜੀ। ਜੇ ਕੋਈ ਬੰਦਾ, ਦੇਖੋ ਕੁਰਸੀ ਦੇ ਉੱਤੇ ਇੱਕੋ ਬੰਦੇ ਨੇ ਬਹਿਣਾ ਹੁੰਦਾ ਜੀ। ਕੁਰਸੀ ਇੱਕ ਹੋਵੇ ਤਾਂ ਇੱਕੋ ਹੀ ਬੈਠ ਸਕਦਾ ਨਾ ਉੱਤੇ, ਜਾਂ ਪੰਥ ਪ੍ਰਸਤ ਬੈਠ ਸਕਦਾ ਜਾਂ ਪੇਟ ਪ੍ਰਸਤ ਬੈਠ ਸਕਦਾ। ਹਾਂਜੀ ਹਾਂਜੀ। ਤੇ ਜਿਸ ਦਿਨ ਪੰਥ ਪ੍ਰਸਤ ਇਹਦੇ ਉੱਤੇ ਬੈਠ ਗਿਆ, ਉਹਨੇ ਫਿਰ ਮੁੜ ਕੇ ਇਹਨੂੰ ਪੰਥਕ ਲੀਹਾਂ ਤੇ ਲੈ ਆਉਣਾ ਜੀ। ਇਹ ਅਕਾਲੀ ਦਲ ਕਿਸੇ ਦੇ ਪਿਓ ਦੀ ਮਲਕੀਅਤ ਨਹੀਂ ਹੈ। ਮੈਂ ਤਾਂ ਉਹਨਾਂ ਲੋਕਾਂ ਤੇ ਵੀ ਹੈਰਾਨ ਹੈ ਜਿਹੜੇ ਅਜੇ ਵੀ ਕਹਿੰਦੇ ਆ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਉਹਨਾਂ 'ਚ ਇੰਨੀ ਹਿੰਮਤ ਨਹੀਂ ਵੀ ਉਹਨੂੰ ਕਹਿ ਕੇ ਪਾਸੇ ਕਰਨ, ਵੀ ਤੂੰ ਬੇੜਾ ਗਰਕ ਕਰ ਦਿੱਤਾ, ਹੁਣ ਸਾਰਾ ਚੱਲ ਲਾਂਭੇ ਹੱਟ, ਕਿਸੇ ਹੋਰ ਨੂੰ ਬਣਾ ਲੈਣ। ਉਹ ਇੰਨੀ ਜ਼ਿਆਦਾ ਮੁਥਾਜਗੀ, ਜਿਹੜੀ ਇੰਨਾ ਜ਼ਿਆਦਾ ਨੀਵਾਂਪਨ ਹੈ, ਇਹਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋਇਆ। ਵੀ ਤੁਸੀਂ ਇੱਕ ਪਰਿਵਾਰ ਦੀ ਚੱਕਰੀ ਕਰਦੇ ਕਰਦੇ ਇੰਨਾ ਹੀ ਚਲੇ ਗਏ ਵੀ ਨਾ ਤੁਹਾਨੂੰ ਪੰਥ ਦਾ ਫਿਕਰ, ਨਾ ਪੰਜਾਬ ਦਾ ਫਿਕਰ। ਜੇ ਉਹਨਾਂ 'ਚ ਜ਼ਰੂਰਤ ਹੋਵੇ ਤੇ ਉਹ ਕਹਿਣ, ਸੱਦਣ ਮੀਟਿੰਗ ਆਪਣੀ, ਇਕੱਠੇ ਹੋਣ ਸਾਰੇ ਜਣੇ, ਵੀ ਅਸੀਂ ਲਾਤਾ ਉਹਨੂੰ ਪ੍ਰਧਾਨ ਫਲਾਣੇ ਨੂੰ ਬਣਾ ਲਿਆ। ਕੋਈ ਨਿਯਮਾਵਲੀ ਬਣਾਉਣ, ਢੰਗ ਤਰੀਕੇ ਠੀਕ ਰੱਖਣ। ਇਹ ਜਿਹੜਾ ਨੁਕਸਾਨ ਆਪਾਂ ਜਿਹਦੀ ਗੱਲ ਕਰਦੇ ਹਾਂ ਨਾ, ਦੇਖੋ ਅਕਾਲੀ ਲਫ਼ਜ਼ ਬੜਾ ਪਵਿੱਤਰ ਲਫ਼ਜ਼ ਹੈ। ਇਹਦਾ ਸਤਿਕਾਰ ਬਹੁਤ, ਬਾਬਾ ਖੜਕ ਸਿੰਘ ਵਰਗਿਆਂ ਦੀ ਵਿਰਾਸਤ ਜਦੋਂ ਸੁਖਬੀਰ ਬਾਦਲ ਦੇ ਹੱਥ ਆ ਜਾਏ ਫਿਰ ਇਹ ਇੱਦਾਂ ਦੇ ਹਾਲਾਤ ਬਣਦੇ ਹੁੰਦੇ। ਅੱਛਾ, ਹੁਣ ਕੀ ਹੈ? ਹੁਣ ਦੇਖੋ, ਲੋਕਾਂ ਨੇ ਉਸ ਪਰਿਵਾਰ ਤੋਂ ਨਿਰਾਸ਼ ਹੋਇਆਂ ਨੇ ਉਹਨੂੰ ਪਾਸੇ ਕਰਨ ਦੇ ਲਈ ਕਿਸੇ ਨੇ ਆਪ ਵਾਲਿਆਂ ਦਾ ਸਾਥ ਦਿੱਤਾ, ਕਿਸੇ ਨੇ ਕਿਸੇ ਹੋਰ ਦਾ ਵੀ ਦੇ ਦਿੱਤਾ, ਪਰ ਹੁਣ ਬਦਕਿਸਮਤੀ ਪਤਾ ਕੀ ਹੈ, ਇਹ ਜਿਹੜੇ ਅਕਾਲੀ ਕਹਾਉਣ ਵਾਲੇ, ਜਿਹੜੇ ਕਦੀ ਪੰਥ ਦੇ ਨਾਂ ਤੇ ਅਕਾਲੀ ਦਲ ਦੇ ਗਧੇ ਨੂੰ ਵੀ ਵੋਟ ਪਾ ਦਿੰਦੇ ਸੀ, ਉਹ ਨਵੇਂ-ਨਵੇਂ ਘਰਾਂ 'ਚ ਜਾ ਵੜੇ।
ਜਿੱਥੇ ਉਹ ਰਾਜਨੀਤਿਕ ਪਲੇਟਫਾਰਮ ਜਿਹੜਾ ਉਹਨਾਂ ਨੂੰ ਮਿਲ ਗਿਆ ਨਾ, ਆਪ ਵਾਲਿਆਂ ਨੇ ਝਾੜੂ ਦੀ ਜੈ ਜੈਕਾਰ ਕਰੀ ਜਾਣੀ ਹੈ, ਕਾਂਗਰਸ ਵਾਲਿਆਂ ਨੇ ਕਾਂਗਰਸ ਦੀ ਜੈ ਜੈਕਾਰ ਕਰੀ ਜਾਣੀ ਹੈ। ਪੰਥ ਦੀ ਜੈ ਜੈਕਾਰ ਜਿੱਥੇ ਹੁੰਦੀ ਸੀ ਨਾ, ਉਸ ਪਲੇਟਫਾਰਮ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰ ਦਿੱਤਾ ਗਿਆ। ਇਹਨੂੰ ਮੁੜ ਕੇ ਸਥਾਪਿਤ ਕਰਨ ਦੇ ਲਈ ਬੜੀ ਵੱਡੀ ਮਿਹਨਤ ਕਰਨੀ ਪਈ ਹੋਏਗੀ ਜ਼ਰੂਰ, ਕਿਉਂਕਿ ਇਹ ਗੁਰੂ ਸਾਹਿਬ ਦਾ ਸਾਜਿਆ ਪੰਥ ਹੈ, ਇਹਨੇ ਚੜ੍ਹਦੀ ਕਲਾ 'ਚ ਹੀ ਜਾਣਾ ਜੀ। ਪੰਥਕ ਮਸਲੇ ਬੜੇ ਗੰਭੀਰ ਹੈ, ਪੰਥਕ ਤੌਰ 'ਤੇ ਅਸੀਂ ਇਕੱਠੇ ਨਹੀਂ ਹੋ ਰਹੇ, ਪੰਥਕ ਸੰਸਥਾਵਾਂ ਨਿਘਾਰ ਵੱਲ ਤੁਰ ਪਈਆਂ ਜੀ। ਅਤੇ ਇਹ ਜਦੋਂ ਤੱਕ ਇਹ ਸਿਲਸਿਲਾ ਇਹਦਾ ਨਿਯਮਾਵਲੀ ਬਣ ਸਕਦੀ ਆ, ਕਿਉਂਕਿ ਜਥੇਦਾਰ ਬਣਾਉਣਾ ਤਾਂ ਉੱਥੇ ਥੋੜ੍ਹੇ ਬੰਦੇ ਬੈਠ ਕੇ ਬਣਾ ਲੈਂਦੇ ਆ, ਕਿਸੇ ਬੰਦੇ ਦੀ ਚਿੱਠੀ 'ਤੇ ਬਣ ਜਾਂਦੇ ਆ। ਅਤੇ ਜਿਸ ਦਿਨ ਕੋਈ ਕੰਮ ਦਾ ਜਥੇਦਾਰ ਬਹਿ ਗਿਆ ਨਾ ਉੱਥੇ, ਜਿਹਨੂੰ ਪੰਥ ਦਾ ਦਰਦ ਹੋਇਆ, ਉਹਨੇ ਜਦੋਂ ਸਾਰੇ ਸਿੱਖਾਂ ਦੀ ਰਾਏ ਲੈ ਕੇ, ਹੁਣ ਤਾਂ ਦੇਖੋ ਲੋਕਾਂ ਨੇ ਪ੍ਰਧਾਨ ਮੰਤਰੀ ਬਣਾਉਣਾ ਸੀ, ਆਪ ਪਾਰਟੀ ਵਾਲਿਆਂ ਨੇ ਮੁੱਖ ਮੰਤਰੀ ਬਣਾਉਣਾ ਸੀ, ਉਹਨਾਂ ਨੇ ਇੱਕ ਨੰਬਰ ਦੇ ਦਿੱਤਾ, ਭਾਈ ਆਪਣੀ ਆਪਣੀ ਰਾਏ ਭੇਜੋ। ਉਹਨਾਂ ਨੇ, ਸਾਡੇ ਕੋਲ ਤਾਂ ਕੋਈ ਰਾਏ ਪੁੱਛਦਾ ਹੀ ਨਹੀਂ ਪੰਥ ਕੋਲ, ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ ਕੋਈ ਨਹੀਂ ਬਣਾਉਂਦਾ। ਪੰਥ ਦੇ ਉਹ ਦੂਜੇ ਲੋਕ ਬਣਾ ਰਹੇ ਹਨ, ਨਾ ਤਾਂ ਉਹਨਾਂ ਨੂੰ ਕੋਈ ਪੁੱਛਦਾ, ਨਾ ਜਿਹੜੀਆਂ ਵਿਦੇਸ਼ਾਂ 'ਚ ਬੈਠੀ ਸੰਗਤ ਹੈ ਉਹਨਾਂ ਨੂੰ ਕੋਈ ਰਾਏ ਲੈਂਦਾ ਵੀ ਦੱਸੋ ਅਸੀਂ ਆਹ ਫੈਸਲਾ ਕਰਨ ਲੱਗੇ ਹਾਂ, ਇਹਦੇ 'ਤੇ ਤੁਹਾਡੀ ਕੀ ਰਾਏ ਹੈ। ਸਾਡੇ 'ਤੇ ਤਾਂ ਫੈਸਲੇ ਠੋਸੇ ਜਾਂਦੇ ਜੀ। ਜਦੋਂ ਸੰਗਤ ਦੀ ਸਲਾਹ ਨਾਲ ਫੈਸਲੇ ਹੋਣੇ ਸ਼ੁਰੂ ਹੋ ਗਏ ਜੀ, ਫਿਰ ਪੰਥ ਫਿਰ ਚੜ੍ਹਦੀ ਕਲਾ 'ਚ। ਸਰ ਇੱਕ ਆਖਰੀ ਸਵਾਲ ਆ, ਵੱਡੇ ਲੀਡਰ ਦੇ ਇੱਕ ਵਾਰ-ਵਾਰ 2-3 ਵਾਰੀ ਉਹਨੇ ਰਿਪੀਟਡਲੀ ਸਟੇਟਮੈਂਟ ਦਿੱਤੀ ਸੀ ਵੀ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ। ਹਾਂਜੀ। ਅਤੇ ਹੁਣ ਹਸ਼ਰ ਉਸ ਪਰਿਵਾਰ ਦਾ ਕੀ ਹੋ ਰਿਹਾ ਇਹ ਵੀ ਸਭ ਦੇ ਸਾਹਮਣੇ। ਆਪਾਂ ਨਹੀਂ ਕਹਿੰਦੇ ਵੀ ਜੋ ਹੋ ਰਿਹਾ ਸਹੀ ਨਹੀਂ ਹੋ ਰਿਹਾ, ਹੈ ਨਾ, ਨਹੀਂ ਸੀ ਇੱਦਾਂ ਹੋਣਾ ਚਾਹੀਦਾ, ਲੇਕਿਨ ਸਿੱਖਾਂ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਵੀ ਗੁਰੂ ਮਹਾਰਾਜ ਨੇ ਅਰਦਾਸ ਸੁਣ ਲਈ। ਹੁਣ ਤੁਸੀਂ ਕੀ ਕਮੈਂਟ? ਮੈਂ ਨਾ ਤੁਹਾਡੇ ਨਾਲ ਹੀ ਗੱਲ ਕਰਦਿਆਂ ਇੱਕ ਵਾਰੀ ਇਹ ਗੱਲ ਕੀਤੀ ਸੀ ਜੀ, ਜਦੋਂ ਇਹ ਬੜੇ ਤੱਤੇ ਸੀ ਨਾ, ਜਦੋਂ ਕਰਦੇ ਸੀ, ਪੁਰਾਣੀ ਗੱਲ ਵੀ ਜਦੋਂ ਜੀ ਇਹ ਬੇਅਦਬੀ ਜਿਨ੍ਹਾਂ ਨੇ ਕੀਤੀ ਉਹਨਾਂ ਦਾ ਕੱਖ ਨਾ ਰਹੇ, ਜਿਹੜੇ ਰਾਜਨੀਤੀ ਕਰਦੇ ਉਹਨਾਂ ਦਾ ਵੀ ਕੱਖ ਨਾ ਕਰੇ ਜੀ। ਮੈਂ ਤੁਹਾਡੇ ਰਾਹੀਂ ਇਹ ਗੱਲ ਕੀਤੀ ਸੀ ਵੀ ਜੇ ਹਿੰਮਤ ਹੈ ਨਾ ਤਾਂ ਇਹ ਵੀ ਨਾਲ ਕਹੋ ਵੀ ਜਿਨ੍ਹਾਂ ਨੇ ਬੇਅਦਬੀ ਕਰਨ ਵਾਲੇ ਬਚਾਏ ਆ ਉਹਨਾਂ ਦਾ ਵੀ ਕੱਖ ਨਾ। ਉਹ ਗੱਲ ਇਹ ਲੁਕੋ ਜਾਂਦੇ ਸੀ, ਦੋ ਗੱਲਾਂ ਤਾਂ ਗੱਜ-ਵੱਜ ਕੇ ਕਰਦੇ ਸੀ, ਕਦੇ ਨਹੀਂ ਇਹ ਗੱਲ ਕਹੀ ਵੀ ਜਿਨ੍ਹਾਂ ਨੇ ਬੇਅਦਬੀ ਕਰਨ ਵਾਲੇ ਬਚਾਏ ਉਹਨਾਂ ਦਾ ਕੱਖ ਨਾ ਰਹੇ। ਪਰ ਬੰਦਾ ਬੰਦਿਆਂ ਨੂੰ ਧੋਖਾ ਦੇ ਸਕਦਾ, ਰੱਬ ਨੂੰ ਥੋੜ੍ਹਾ ਦੇ ਸਕਦਾ। ਤੇ ਰੱਬ ਨੂੰ ਪਤਾ ਸੀ ਵੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਵਾਲਾ ਤਾਂ ਇਹੀ ਟੱਬਰ ਆ ਜੀ। ਤੇ ਹੁਣ ਰੱਬ ਨੇ ਹੀ ਇੱਦਾਂ ਦੇ ਹਾਲਾਤ ਵਿੱਚ ਖੜੇ ਕਰ ਦਿੱਤੇ। ਮੈਨੂੰ ਤਾਂ ਇੱਕ ਹੋਰ ਵੀ ਦੁੱਖ ਹੈ, ਚਲੋ ਹਾਰ ਜਾਣਾ ਛੋਟੀ ਗੱਲ ਹੈ ਜੀ। ਬਾਦਲ ਸਾਹਿਬ ਨੇ ਆਪਣੀ ਮਰਜ਼ੀ ਮੁਤਾਬਕ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਪ੍ਰਾਪਤ ਕੀਤਾ ਸੀ, ਆਪੇ ਲਿਆ ਸੀ ਉਹਨਾਂ ਨੇ, ਉਹਨਾਂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ ਉੱਥੇ। ਤੇ ਪੰਥ ਰਤਨ ਉਸ ਬੰਦੇ ਨੂੰ ਮਿਲਦਾ ਜਿਹੜਾ ਪੰਥ ਦੇ ਵਿੱਚ ਉਸ ਤੋਂ ਵੱਡੀ ਪਦਵੀ ਹੈ ਹੀ ਨਹੀਂ ਕੋਈ ਜੀ। ਜਿਹਨੇ ਪੰਥ ਦੀ ਐਡੀ ਵੱਡੀ ਸੇਵਾ ਕੀਤੀ ਹੋਵੇ, ਪੰਥ ਦਾ ਧਰੂ ਤਾਰਾ ਜਿਹਨੂੰ ਕਹਿ ਸਕਦੇ ਹਾਂ ਜੀ, ਉਹ ਪੰਥ ਰਤਨ ਹੁੰਦਾ। ਤੇ ਉਹਨਾਂ ਨੂੰ ਇਸ ਉਮਰ 'ਚ ਇਹ ਵੀ ਚੇਤਾ ਭੁੱਲ ਗਿਆ ਵੀ ਪੰਥ ਰਤਨ ਵੱਡਾ ਹੁੰਦਾ ਕਿ ਐਮਐਲਏ ਵੱਡਾ ਹੁੰਦਾ। ਉਹ ਐਮਐਲਏ ਬਣਦਿਆਂ ਨੇ ਪੰਥ ਰਤਨ ਦੀ ਉਪਾਧੀ ਦਾ ਵੀ ਐਡਾ ਵੱਡਾ ਨੁਕਸਾਨ ਕਰਤਾ। ਜਿਹੜਾ ਬੰਦਾ ਪੰਥ ਰਤਨ ਹੀ ਬਣ ਗਿਆ, ਉਹਨੇ ਐਮਐਲਏ ਤੋਂ ਕੀ ਕਰਾਉਣਾ ਹੁੰਦਾ? ਕੀ ਉਹਦੇ ਮੂਹਰੇ ਕੀ ਮੁੱਖ ਮੰਤਰੀ ਉਹਦੇ ਮੂਹਰੇ? ਕੁਛ ਵੀ ਨਹੀਂ ਹੈ। ਪੰਥ ਦੇ ਵਿੱਚ ਸਤਿਕਾਰ ਲੈਣ ਲਈ ਲੋਕ ਰਾਜਨੀਤੀ ਕਰਦੇ ਵੀ ਸਾਡੇ ਭਾਈਚਾਰੇ ਸਾਡਾ ਸਤਿਕਾਰ ਹੋਵੇ। ਜਿਹਨੂੰ ਉਪਾਧੀ ਪੰਥ ਰਤਨ ਦੀ ਮਿਲ ਗਈ ਤੇ ਫਿਰ ਉਹ 95 ਸਾਲ ਦੀ ਉਮਰ ਵਿੱਚ ਵੀ ਐਡੀ ਲਾਲਸਾ, ਤੇ ਆਪ ਤੇ ਜੋ ਹੋਣਾ ਸੀ ਹੋ ਹੀ ਗਿਆ, ਤੇ ਨਾਲ ਉਹ ਪੰਥ ਰਤਨ ਦੀ। ਹੁਣ ਲੋਕ ਕਹਿੰਦੇ ਪੰਥ ਰਤਨ ਵੀ ਹਾਰ ਗਿਆ ਜੀ। ਪੰਥ ਰਤਨ ਤਾਂ ਕਦੀ ਨਹੀਂ ਹਾਰਨਾ ਚਾਹੀਦਾ ਜੀ। ਜਿਹੜਾ ਪੰਥ ਰਤਨ ਹੈ, ਪੰਥ ਦਾ ਹੀਰਾ, ਜੇ ਪੰਥ ਦੇ ਹੁੰਦਿਆਂ ਹਾਰ ਜਾਏ ਤੇ ਫਿਰ ਇਹਦਾ ਮਤਲਬ ਜਾਂ ਹੀਰੇ 'ਚ ਨੁਕਸ ਹੈ, ਜਾਂ ਦੇਣ ਵਾਲਿਆਂ 'ਚ ਉਪਾਧੀ ਨੁਕਸ ਹੈ, ਜਾਂ ਜਿਹਨੂੰ ਮਿਲੀ ਆ ਉਹਦੇ 'ਚ ਨੁਕਸ ਹੈ। ਤੇ ਇਹ ਕੋਈ ਗੱਲ ਨਹੀਂ, ਇਹ ਟੱਬਰਾਂ ਦਾ ਖਾਤਮਾ ਹੁੰਦਾ ਰਹਿੰਦਾ, ਆਉਣਗੇ। ਪੰਥ ਨੂੰ ਕੋਈ ਖਤਰਾ ਨਹੀਂ ਹੈ। ਉਹ ਭਾਈ ਹਰਪ੍ਰੀਤ ਸਿੰਘ ਚੜ੍ਹਦੀ ਕਲਾ 'ਚ ਰਹੇਗਾ। ਭਾਈ ਹਰਪ੍ਰੀਤ ਸਿੰਘ ਗਲਤ ਕਹਿੰਦੇ ਆ ਜੀ। ਇਸ ਟੱਬਰ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਇਸ ਟੱਬਰ ਨੇ ਕਦੀ ਪੰਥ ਦੀ ਪ੍ਰਤੀਨਿਧਤਾ ਕੀਤੀ ਨਹੀਂ ਜੀ। ਇਹਨਾਂ ਨੇ ਆਪਣੇ ਪਰਿਵਾਰ ਦੀ ਪ੍ਰਤੀਨਿਧਤਾ ਕੀਤੀ ਆ। ਪਰਿਵਾਰ ਚਲੇ ਗਿਆ। ਪੰਥ ਦਾ ਜਦੋਂ ਆਰੇ ਨਾਲ ਤਨ ਚੀਰੇ ਜਾਂਦੇ ਸੀ ਉਸ ਵੇਲੇ ਵੀ ਚੜ੍ਹਦੀ ਕਲਾ ਦੇ ਜਕਾਰੇ ਛੱਡਦਾ ਸੀ ਜੀ। ਜਿਸ ਦਿਨ ਬੰਦ ਕੱਟੇ ਜਾਂਦੇ ਸੀ ਉਸ ਦਿਨ ਵੀ ਚੜ੍ਹਦੀ ਕਲਾ 'ਚ ਸੀ, ਤੇ ਹੁਣ ਫਿਰ ਚੜ੍ਹਦੀ ਕਲਾ 'ਚ ਆ ਜਾਣਾ ਜੀ। ਜਲਦੀ ਆ ਜਾਊਗਾ, ਕਿਉਂਕਿ ਜਿਹੜਾ ਘੁਣ ਲੱਗਾ ਸੀ ਨਾ ਉਹ ਪਾਸੇ ਹਟ ਗਿਆ ਜੀ। ਮੈਂ ਚਲੋ ਸਵਾਲ ਤਾਂ ਮੇਰਾ ਆਖਰੀ ਹੋ ਗਿਆ ਸੀ। ਇੱਕ ਛੋਟੀ ਜਿਹੀ ਕੋਈ ਗੱਲਾਂ ਦੇ ਵਿੱਚੋਂ ਗੱਲ ਨਿਕਲ ਕੇ ਆ ਗਈ ਆ। ਸਿੱਖ ਚਾਹੇ ਸੰਗਤੀ ਰੂਪ ਦੇ ਵਿੱਚ ਹੋਵੇ, ਚਾਹੇ ਵਿਅਕਤੀਗਤ ਰੂਪ ਦੇ ਵਿੱਚ ਹੋਵੇ, ਉਹ ਅਰਦਾਸ ਜਦੋਂ ਵੀ ਕਰਦਾ ਸਰਬੱਤ ਦਾ ਭਲਾ ਹੀ ਮੰਗਦਾ ਹੈ। ਲੇਕਿਨ ਕਈ ਚੀਜ਼ਾਂ ਜਿਹੜੀਆਂ ਚੁਣੌਤੀਆਂ ਨੇ ਸਿੱਖਾਂ ਨੂੰ ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ, ਡੋਮੈਸਟਿਕ ਲੈਵਲ 'ਤੇ ਫੇਸ ਕਰਨੀਆਂ ਪੈ ਰਹੀਆਂ ਨੇ। ਇੱਕ ਜਿਹਦਾ ਮੋਟਿਵ ਹੀ ਸਰਬੱਤ ਦਾ ਭਲਾ ਮੰਗਣਾ ਆ, ਉਸ ਕੌਮ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ, ਨਮੋਸ਼ੀ ਝੱਲਣੀ ਪੈਂਦੀ ਹੋਵੇ ਵਾਰ-ਵਾਰ,
ਇਹਦੇ ਕਾਰਨ ਕੀ ਹੋ ਸਕਦੇ ਆ ਵੀ ਜਿਹੜੇ ਦੂਸਰੇ ਲੋਕ ਨੇ ਸਿੱਖਾਂ ਦੇ ਕਰੈਕਟਰ ਤੇ ਸ਼ੱਕ ਕਰ ਰਹੇ ਨੇ, ਜਾਂ ਸਿੱਖਾਂ ਨੇ ਜਿਹੜਾ ਆਪਣਾ ਸਰਬੱਤ ਦੇ ਭਲੇ ਦਾ ਮੋਟਿਵ ਸੀ ਉਹਨੂੰ ਉਸ ਤਰੀਕੇ ਨਾਲ ਐਕਸਪੋਜ਼ ਨਹੀਂ ਕਰ ਸਕੇ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ? ਦੇਖੋ, ਸਾਰੀ ਕੌਮ ਨਾ ਕਦੇ ਆਈਡੀਓਲੋਜੀਕਲੀ ਵੀ ਇਕੱਠੀ ਨਹੀਂ ਰਹੀ, ਅੱਜ ਤੱਕ ਵੀ ਨਹੀਂ ਰਹੀ। ਅਜੇ ਵੀ ਸਾਡੇ 'ਚ ਬੜੇ ਮਤਭੇਦ ਹੈ। ਕੋਈ ਇਤਿਹਾਸ ਤੇ ਲੜੀ ਜਾਂਦਾ, ਕੋਈ ਬਾਣੀ ਦੇ ਉਚਾਰਨ ਤੇ ਲੜੀ ਜਾਂਦਾ, ਕੋਈ ਬਾਣੀਆਂ ਦੇ ਉੱਤੇ ਲੜੀ ਜਾਂਦਾ। ਇਹ ਕਦੀ ਇਕੱਠੀ ਨਹੀਂ ਹੁੰਦੀ। ਪਰ ਥੋੜ੍ਹੇ ਜਿਹੜਾ ਸੈਗਮੈਂਟ ਹੁੰਦਾ ਨਾ, ਜਿਹੜਾ ਜਿਵੇਂ ਕਹਿੰਦੇ ਆ ਨਾ ਸੋਨਾ ਥੋੜ੍ਹਾ ਹੁੰਦਾ, ਜੀ ਜੀ ਜੀ, ਦੁੱਧ ਨਾਲ ਚਾਟੀ ਭਰੀ ਹੁੰਦੀ, ਮੱਖਣ ਥੋੜ੍ਹਾ ਹੀ ਨਿਕਲਦਾ। ਹਾਂਜੀ, ਉਹ ਜਿਹੜਾ ਥੋੜ੍ਹਾ ਮੱਖਣ ਹੈ ਨਾ, ਉਹਦੇ ਕਰਕੇ ਪੰਥ ਜਿਉਂਦਾ। ਤੇ ਮੈਂ ਬਾਰ-ਬਾਰ ਇਹ ਬੇਨਤੀ ਕੀਤੀ ਹੈ ਵੀ ਸਿੱਖੋ, ਤੁਸੀਂ ਸੰਗਤੀ ਪ੍ਰਬੰਧ ਨੂੰ ਲਾਗੂ ਕਰੋ। ਉਹਦੇ ਲਈ ਤਰੀਕਾ ਕੀ ਹੈ ਵੀ ਤੁਸੀਂ ਇੱਕ ਮੁਹੱਲੇ 'ਚ ਬੈਠੇ ਆ ਨਾ 10 ਸਿੱਖ, ਤੁਸੀਂ ਮੁਹੱਲੇ ਦੀ ਦਸਵੰਧ ਕਮੇਟੀ ਬਣਾ ਲਓ। ਸ਼ਹਿਰ 'ਚ ਬੈਠੇ ਆ, ਸ਼ਹਿਰ ਦੀ ਬਣਾ ਲਓ। ਉਹ ਦਸਵੰਧ ਕਮੇਟੀ ਨਾਲ ਆਪਣਾ ਦਸਵੰਧ ਇੱਕ ਪਰਿਵਾਰ ਦੀ ਬਣਾ ਲਓ। ਜੀ ਜੀ ਜੀ, ਪਰਿਵਾਰ ਦੀ ਬਣਾ ਕੇ ਜਿਹੜਾ ਪਰਿਵਾਰ ਦੇ ਵਿੱਚ ਕਮਜ਼ੋਰ ਬੰਦਾ ਉਹਦੀ ਮਦਦ ਕਰੋ, ਉਹਨੂੰ ਖੜਾ ਕਰੋ, ਤੇ ਫਿਰ ਪੰਥ ਮਜ਼ਬੂਤ ਹੋਣਾ ਸ਼ੁਰੂ ਹੋ ਜਾਣਾ। ਜੀ ਜੀ ਜੀ। ਤੇ ਜਦੋਂ ਲੀਡਰਾਂ ਦੀ ਸੁਣ ਕੇ ਘਰਾਂ ਨੂੰ ਆ ਜਾਣਗੇ, ਬੱਚੇ ਸਾਡੇ ਨਸ਼ੇ 'ਚ ਫਸ ਰਹੇ ਆ, ਬੱਚੇ ਸਾਡੇ ਬੇਰੁਜ਼ਗਾਰ ਹੈ, ਬੱਚੇ ਸਾਡੇ ਵਿੱਦਿਆ ਤੋਂ ਸੱਖਣੇ ਹੋ ਰਹੇ ਆ, ਮਾਪਿਆਂ ਦੀ ਆਮਦਨ ਘਟ ਰਹੀ ਆ, ਮਹਿੰਗਾਈ ਨੇ ਲੱਕ ਤੋੜਿਆ ਪਿਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੱਲੀ ਗੁੱਲੀ ਜੁੱਲੀ ਵੀ ਪੂਰੀ ਹੋਣੀ ਚਾਹੀਦੀ ਹੈ। ਤੇ ਜੇ ਗੁਰੂ ਦੇ ਆਸ਼ੇ ਮੁਤਾਬਕ, ਗੁਰੂ ਦੇ ਸਿੱਖਾਂ ਦੇ ਦਸਵੰਧ ਨਾਲ ਕਿਸੇ ਦੀ ਲੋੜ ਪੂਰੀ ਹੋ ਗਈ ਨਾ, ਉਹ ਸਿੱਖੀ ਕਦੀ ਨਹੀਂ ਛੱਡੇਗਾ, ਉਹ ਕਦੀ ਸਿੱਖੀ ਨਹੀਂ ਛੱਡੇਗਾ। ਅੱਜ ਵੀ ਬਹੁਤ ਸਾਰੇ ਸਿੱਖ ਕੰਮ ਕਰ ਰਹੇ ਆ, ਬੇਸ਼ੱਕ ਗਿਣਤੀ ਥੋੜ੍ਹੀ ਆ ਉਹਨਾਂ ਦੀ, ਪਰੰਤੂ ਇਹ ਹਰ ਸਿੱਖ ਦੇ ਲਈ ਲਾਜ਼ਮੀ ਆ। ਬੇਸ਼ੱਕ ਉਹ ਮੁਹੱਲੇ ਦਾ ਦਸਵੰਧ ਬਣਾ ਕੇ ਆਪਣਾ ਕਾਰਜ ਆਰੰਭ ਕਰਦੇ ਆ ਸਰਬੱਤ ਦੇ ਭਲੇ ਦਾ, ਬੇਸ਼ੱਕ ਮੁਹੱਲੇ ਦੇ ਵਿੱਚੋਂ ਨਿਕਲ ਕੇ ਫਿਰ ਪਿੰਡ 'ਚ ਪਹੁੰਚ ਜਾਏ, ਪਿੰਡ 'ਚੋਂ ਸ਼ਹਿਰ 'ਚ ਆ ਜਾਏ, ਇਹ ਜ਼ਰੂਰ ਸਿੱਖਾਂ ਨੂੰ ਆਪਣਾ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਹਾਂ ਸਰ, ਤੁਸੀਂ ਟਾਈਮ ਦਿੱਤਾ, ਰੁਝੇਵੇਂ ਕਾਫੀ ਸੀ, ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਤੇ ਸਿੱਖਾਂ ਦੇ ਜਿਹੜੇ ਲੀਡਰ ਨੇ, ਅੱਜ ਮੈਂ ਸਵੇਰੇ ਹੀ ਪੜ੍ਹ ਰਿਹਾ ਸੀ ਭਾਈ ਗੁਰਦਾਸ ਜੀ ਦੀ ਇੱਕ ਵਾਰ ਸੀ, ਉਹਦੇ ਵਿੱਚ ਚਲੋ ਮੈਂ ਹੋ ਸਕਦਾ ਬੋਲਣ ਲੱਗੇ ਗਲਤ ਬੋਲਦਾ, ਮੈਂ ਬੋਲ ਨਹੀਂ ਰਿਹਾ, ਉਹਦਾ ਮੈਂ ਅਰਥ ਗੱਲ ਕਰ ਰਿਹਾ ਸਿਰਫ ਕਿ ਜਦੋਂ ਬਾਂਦਰ ਨੂੰ, ਕਿ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕਿਸੇ ਬਾਂਦਰ ਨੂੰ ਰਤਨਾਂ ਦੀ ਮਣੀ ਲੱਭ ਗਈ ਤੇ ਉਹ ਮਿੱਟੀ ਦੇ ਵਿੱਚ ਖੇਡ ਰਿਹਾ ਸੀ। ਇਹ ਕੌਮ ਜਿਹਦੇ ਬਾਰੇ ਮੈਂ ਸਟਾਰਟਿੰਗ ਵਿੱਚ ਗੱਲ ਕਹੀ ਸੀ ਕਿ ਗੁਰੂ ਸਾਹਿਬ ਖੁਦ ਕਹਿ ਕੇ ਗਏ ਨੇ ਕਿ ਮੈਂ ਸਿੱਖਾਂ ਦੇ ਇੰਨੇ ਮੈਨੂੰ ਵਧੀਆ ਲੱਗਦੇ ਨੇ ਸਿੱਖ ਕਿ ਮੈਂ ਇਹਨਾਂ ਦੇ ਪੈਰੀਂ ਹੱਥ ਲਾਵਾਂ। ਤੇ ਬਾਦਲ ਪਰਿਵਾਰ ਨੂੰ ਉਸ ਕੌਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਸੀ, ਪਰ ਇਹਨਾਂ ਨੇ ਉਹ ਬਾਂਦਰਾਂ ਵਾਲੀ ਗੱਲ ਕਰ ਦਿੱਤੀ। ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਮੇਰੇ ਸ਼ਬਦਾਂ ਤੋਂ ਕੋਈ ਇਤਰਾਜ਼ ਹੋਵੇ, ਪਰ ਇਹ ਸੱਚਾਈ ਇਹੀ ਆ ਕਿ ਇਹਨਾਂ ਲੋਕਾਂ ਨੂੰ ਮੌਕਾ ਮਿਲਿਆ ਸੀ, ਸਾਡੇ ਲੀਡਰਾਂ ਨੂੰ ਮੌਕਾ ਮਿਲਿਆ ਸੀ। ਇਕੱਲੇ ਬਾਦਲ ਪਰਿਵਾਰ ਦੀ ਗੱਲ ਨਹੀਂ ਹੈ, ਟਕਸਾਲਾਂ ਦੀ ਵੀ ਗੱਲ ਆ, ਡੇਰੇਦਾਰਾਂ ਦੀ ਵੀ ਗੱਲ ਆ, ਤੇ ਹੋਰ ਜ਼ਿੰਮੇਵਾਰ ਮਿਸ਼ਨਰੀ ਕਾਲਜਾਂ ਦੀ ਵੀ ਗੱਲ ਆ। ਸਾਰੇ ਲੋਕਾਂ ਨੂੰ ਕੌਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੋਇਆ, ਪਰ ਉਹਨਾਂ ਲੋਕਾਂ ਨੇ ਕੌਮ ਨੂੰ ਜਿਸ ਭਾਵਨਾ ਦੇ ਨਾਲ ਗੁਰੂ ਸਾਹਿਬ ਸਿੱਖਾਂ ਨੂੰ ਪਿਆਰ ਕਰਦੇ ਸੀ, ਉਸ ਭਾਵਨਾ ਦੇ ਨਾਲ ਸਿੱਖਾਂ ਨੂੰ ਟਰੀਟ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਸਾਡੇ ਵਿੱਚ ਗਿਰਾਵਟਾਂ ਵੀ ਆ ਰਹੀਆਂ ਨੇ। ਸੋ ਸਿੱਖਾਂ ਨੂੰ ਹੁਣ ਆਪਸ ਦੇ ਵਿੱਚ ਹੀ ਬਹਿਣਾ ਚਾਹੀਦਾ। ਮੈਂ ਇੱਕ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਇੱਕੋ ਨਸਲ ਦੇ ਪਸ਼ੂ ਪੰਛੀ ਵੀ ਝੁੰਡ ਬਣਾ ਕੇ ਰਹਿੰਦੇ ਆ, ਤਾਂ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਤੁਹਾਡੀ ਰਹਿਤ ਮਰਿਆਦਾ ਅਲੱਗ ਆ। ਸ੍ਰੀ ਅਕਾਲ ਤਖਤ ਸਾਹਿਬ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਤੁਹਾਡੇ ਗੁਰੂ ਪਿਤਾ ਦੇ ਕੇ ਗਏ ਹੋਏ ਨੇ। ਤੁਸੀਂ ਸਿਰਫ ਉਹਨਾਂ ਚੀਜ਼ਾਂ ਤੋਂ ਸੇਧ ਲਓ, ਨਿਮਰਤਾ ਰੱਖੋ। ਹਉਮੈ ਹੰਕਾਰ ਕਰਕੇ ਹੀ ਬਹੁਤੇ ਲੋਕਾਂ ਦੇ ਵਿੱਚ ਪੁਆੜੇ ਪਏ ਹੋਏ ਨੇ, ਤੇ ਇਹ ਚੀਜ਼ ਨੂੰ ਛੱਡ ਕੇ ਤਿਆਗ ਜਿਹੜਾ ਕਰਨਾ, ਇੱਕ ਦੂਜੇ ਦੀ ਰਿਸਪੈਕਟ ਕਰਨੀ, ਉਹਦੇ ਨਾਲ ਤੁਸੀਂ ਇਕੱਠੇ ਹੋ ਸਕਦੇ ਹੋ। ਤੇ ਜਿਵੇਂ ਭਾਈ ਭੌਰ ਜੀ ਨੇ ਦੱਸਿਆ ਕਿ ਆਪਣੀਆਂ ਲੋਕਲ ਲੈਵਲ 'ਤੇ ਕਮੇਟੀਆਂ ਬਣਾ ਕੇ ਏਕਤਾ ਕਰਨੀ ਸ਼ੁਰੂ ਕਰੋ। ਆਪਣਾ 10 ਰੁਪਏ 5 ਰੁਪਏ ਜਿੰਨੀ ਵੀ ਕਿਸੇ ਦੀ ਕੋਈ ਸਮਰੱਥਾ ਹੈ ਕੱਢੋ, ਜੋੜੋ, ਤੇ ਆਪਸ ਦੇ ਵਿੱਚ ਆਪਣੇ ਗੁਰਸਿੱਖ ਭਾਈਆਂ ਦਾ ਜਿੰਨਾ ਭਲਾ ਹੋ ਸਕਦਾ ਹੈ ਕਰੋ। ਇਹੀ ਸਰਬੱਤ ਦਾ ਭਲਾ ਹੈ। ਜਿਹੜੀ ਆਪਾਂ ਅਰਦਾਸ ਰੋਜ਼ ਕਰਦੇ ਹਾਂ, ਇਹ ਪ੍ਰੈਕਟੀਕਲ ਰੂਪ ਦੇ ਵਿੱਚ ਇਸੇ ਤਰੀਕੇ ਨਾਲ ਹੀ ਹੋ ਸਕਦਾ ਆ। ਸੋ ਜੇ ਕੋਈ ਬੋਲਦਿਆਂ ਕੋਈ ਸ਼ਬਦ ਕਿਸੇ ਨੂੰ ਮਾੜਾ ਲੱਗਾ ਹੋਵੇ ਜਾਂ ਕਿਸੇ ਨੂੰ ਠੇਸ ਪਹੁੰਚੀ ਹੋਵੇ, ਤਾਂ ਮੈਂ ਉਹਦੇ ਲਈ ਆਪਣੇ ਵੱਲੋਂ ਮਾਫੀ ਮੰਗਦਾ। ਤੇ ਭਾਈ ਸੁਖਦੇਵ ਸਿੰਘ ਭੌਰ ਜੀ ਦਾ ਅਸੀਂ ਥੈਂਕਸ ਕਰਦੇ ਹਾਂ ਦੁਬਾਰਾ ਫਿਰ ਵੀ, ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਤੇ ਸਾਨੂੰ ਦਿਓ ਇਜਾਜ਼ਤ। ਧੰਨਵਾਦ।